ਨਾਲ ਹੀ ਹੋ जी बिल्कुल। तो दोस्तों सत श्री अकाल अगेन, शुक्रिया सारे श्रोतिਆਂ ਦਾ बहुत ਧੰਨਵਾਦ, ਮਿਹਰਬਾਨੀ। ਤੇ ਡਾਕਟਰ ਕੁਲਦੀਪ ਸਿੰਘ ਹੋਣੀ ਸਾਡੇ ਨਾਲ ਜੁੜਦੇ ਨੇ ਰੋਜ਼ ਦੀ ਤਰ੍ਹਾਂ, ਤੇ ਲਾਲ ਸਿੰਘ ਚੀਮਾ ਹੋਣੀ ਵੀ ਨਾਲ ਨੇ। ਤੇ ਆਪਾਂ ਅਗਲੇ ਪ੍ਰੋਗਰਾਮ ਦੀ ਸ਼ੁਰੂਆਤ ਸਾਹਿਬ ਨਾਲ ਜੋ ਰੋਜ਼ ਇੱਕ ਲੜੀਵਾਰ ਸਿਸਟਮ ਨੂੰ ਚਲਾਇਆ ਜਾ ਰਿਹਾ ਉਹਦੇ ਤੇ ਡਾਕਟਰ ਸਾਹਿਬ ਗੱਲ ਕਰ ਰਹੇ ਨੇ। ਤੇ ਡਾਕਟਰ ਸਾਹਿਬ ਆਜੋ ਜੀ, ਸਤਿ ਸ਼੍ਰੀ ਅਕਾਲ। हाँ जी, सत श्री अकाल जी सारे ਸਰੋਤਿਆਂ ਨੂੰ बहुत ਮਿੱਠੀ ਨਿੱਘੀ ਸਤਿ ਸ਼੍ਰੀ ਅਕਾਲ। मैं हाज़र हो गया ਤੁਹਾਡੇ ਰੋਜ਼ਾਨਾ ਦੇ ਪ੍ਰੋਗਰਾਮ ਵਾਸਤੇ, ਔਰ ਜਿੰਨੇ ਵੀ ਮੇਰੇ ਵੀਰ ਇਸ ਵੇਲੇ ਰੇਡੀਓ ਨਾਲ ਜੁੜੇ ਹੋਏ ਨੇ ਵੇਖ ਰਹੇ ਨੇ ਇਸ ਗੱਲ ਨੂੰ, ਉਹਨਾਂ ਸਾਰਿਆਂ ਨੂੰ ਹੀ ਜੀ ਆਇਆਂ। ਔਰ ਉਮੀਦ ਕਰਦਾ ਹਾਂ ਤੇ ਤੁਸੀਂ ਆਪਣਾ ਫਰਜ਼ ਨਿਭਾਇਆ ਹੋਏਗਾ। ਮੈਂ ਆਪਣਾ ਫਰਜ਼ ਨਿਭਾ ਕੇ ਹਰ ਮੌਕੇ ਤੇ ਰੋਜ਼ਾਨਾ 3 ਵਜੇ 3:30 ਵਜੇ ਤੁਹਾਡੇ ਵਾਸਤੇ ਹਾਜ਼ਰ ਹੋਣਾ, ਤੇ ਤੁਸੀਂ ਵੀ ਹੋਰ ਆਪਣੇ ਭੈਣਾਂ ਭਰਾਵਾਂ ਨੂੰ ਇਹਨਾਂ ਪ੍ਰੋਗਰਾਮਾਂ ਬਾਰੇ ਜ਼ਰੂਰ ਦੱਸਿਆ ਹੋਏਗਾ, ਤਾਂ ਕਿ ਇਹ ਅਵੇਅਰਨੈਸ, ਇਹ ਜਾਣਕਾਰੀ ਜਿਹੜੀ ਹੈ ਉਹ ਹੋਰ ਬਾਕੀ ਸਾਰੇ ਭੈਣਾਂ ਭਰਾਵਾਂ ਤੱਕ, ਰਿਸ਼ਤੇਦਾਰਾਂ ਤੱਕ ਪਹੁੰਚ ਜਾਵੇ, ਤਾਂ ਕਿ ਉਹ ਵੀ ਇਸ ਸਰੀਰ ਤੋਂ ਜਾਣਕਾਰ ਹੋ ਸਕਣ। ਸੋ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਅਸਾਂ ਹੁਣ ਤੱਕ ਇਹ ਵਿਚਾਰਿਆ ਹੈ ਕਿ ਆਦਮੀ ਦੇ ਜਨਨ ਅੰਗ ਕਿਹੜੇ ਹਨ, ਔਰਤ ਦੇ ਜਨਨ ਅੰਗ ਕਿਹੜੇ ਹਨ, ਔਰ ਉਹਨਾਂ ਤੋਂ ਬਾਅਦ ਉਹਨਾਂ ਦੀ ਕਾਰਕਰਦਗੀ ਕੀ ਹੈ, ਉਹਨਾਂ ਨੇ ਕਰਨਾ ਕੀ ਹੈ, ਤੇ ਕਰਨ ਤੋਂ ਬਾਅਦ ਜੋ ਸਪਰਮ ਦਾ ਸਫ਼ਰ ਸੀ ਉਹ ਅਸੀਂ ਡੈਸਟੀਨੇਸ਼ਨ ਤੇ ਲਿਜਾ ਕੇ ਪਹੁੰਚਾ ਦਿੱਤਾ। ਉਸ ਤੋਂ ਬਾਅਦ ਅਸੀਂ ਫੀਮੇਲ ਔਰਤ ਦੇ ਜਨਨ ਅੰਗਾਂ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ ਸੀ, ਔਰ ਔਰਤ ਦੇ ਜਨਨ ਅੰਗਾਂ ਦੀ ਵਿਆਖਿਆ ਕਰਦਿਆਂ ਹੋਇਆਂ ਅਸੀਂ ਓਵਮ ਤੇ ਪਹੁੰਚ ਗਏ ਸਾਂ, ਔਰ ਓਵਮ ਨੂੰ ਵੀ ਅਸੀਂ ਫਿੰਬਰੀਏਟਡ ਐਂਡ ਦੇ ਰਾਹੀਂ ਫੈਲੋਪੀਅਨ ਟਿਊਬ ਤੇ ਉਸ ਜਗ੍ਹਾ ਤੇ ਪਹੁੰਚਾ ਦਿੱਤਾ ਸੀਗਾ ਜਿੱਥੇ ਕਿ ਅਸੀਂ ਸਪਰਮ ਨੂੰ ਪਹਿਲਾਂ ਇਸ ਤੋਂ ਪਹੁੰਚਾ ਚੁੱਕੇ ਹਾਂ। ਬੱਚੇਦਾਨੀ ਦੇ ਜਿਹੜੇ ਲੇਅਰ ਸਨ ਉਹ ਅਸੀਂ ਸਾਰੇ ਪਹਿਲਾਂ ਦੱਸ ਚੁੱਕੇ ਹਾਂ ਵੀ ਕਿਸ ਤਰ੍ਹਾਂ ਹਨ। ਫੈਲੋਪੀਅਨ ਟਿਊਬ ਦੇ ਜਿਹੜੇ ਲੇਅਰਸ ਨੇ ਉਹ ਅਸੀਂ ਦੱਸ ਚੁੱਕੇ ਹਾਂ ਕਿ ਕਿਸ ਤਰ੍ਹਾਂ ਹਨ। ਇਹਨਾਂ ਦੀ ਬਣਤਰ ਇੱਕੋ ਹੀ ਹੈ ਦੋਹਾਂ ਦੀ ਆਪਸ ਵਿੱਚ, ਕਿਉਂਕਿ ਜੁੜੀਆਂ ਹੋਈਆਂ ਇਸੇ ਤਰ੍ਹਾਂ ਹਨ ਜਿਵੇਂ ਕਮੀਜ਼ ਦੀਆਂ ਬਾਹਾਂ ਅਟੈਚਡ ਹੁੰਦੀਆਂ ਨੇ, ਸਿੰਗਲ ਪੀਸ ਅਟੈਚਡ ਹੁੰਦੀਆਂ ਨੇ, ਨਾਲ ਜੋੜੀਆਂ ਨਹੀਂ ਹੁੰਦੀਆਂ। ਭਾਵ ਉਹੀ ਮਸਲ, ਉਹੀ ਮਾਸਪੇਸ਼ੀਆਂ, ਉਹੀ ਗੁਲਾਈ ਉਸੇ ਤਰ੍ਹਾਂ ਹੀ ਫੈਲੋਪੀਅਨ ਟਿਊਬ ਦੇ ਵਿੱਚ ਇਹਦੀ ਜਾਂਦੀ ਹੈਗੀ ਹੈ। ਸੋ ਅੱਜ ਅਸੀਂ ਅੱਗੇ ਸ਼ੁਰੂ ਕਰ ਰਹੇ ਹਾਂ ਵੀ ਇਹ ਸਾਰੇ ਦਾ ਸਾਰਾ ਸਫ਼ਰ ਓਵਮ ਫੈਲੋਪੀਅਨ ਟਿਊਬ 'ਚ ਪਹੁੰਚਿਆ, ਸਪਰਮ ਫੈਲੋਪੀਅਨ ਟਿਊਬ ਦੇ ਆਖਰੀ ਐਂਡ ਦੇ ਵਿੱਚ ਪਹੁੰਚਿਆ ਜਿਸ ਨੂੰ ਅਸੀਂ ਐਂਪੂਲਰੀ ਪੋਰਸ਼ਨ ਕਿਹਾ ਸੀਗਾ। ਪਰ ਇਹ ਸਾਰੀ ਕਹਾਣੀ ਹੋਈ ਕਿਵੇਂ? ਇਹ ਸਾਰੀ ਕਹਾਣੀ ਵਾਪਰੀ ਹੈ ਮੈਨਸਟਰੂਏਸ਼ਨ ਦੇ ਕਰਕੇ, ਜਿਹਨੂੰ ਸਾਡੇ ਵਡੇਰਿਆਂ ਨੇ ਮਾਸਿਕ ਧਰਮ ਆਖਿਆ ਹੈ। ਮਾਸਿਕ ਧਰਮ ਅਸੀਂ ਆਮ ਤੌਰ ਤੇ ਧਰਮ ਉਹਦੇ ਨਾਂ ਨਾਲ ਹੀ ਲਾਉਣੇ ਆ ਜਿਹੜਾ ਸਾਡੇ ਵਾਸਤੇ ਇੱਕ ਪਵਿੱਤਰ ਗੱਲ ਹੋਵੇ, ਔਰ ਕੁਦਰਤ ਤੋਂ ਉੱਪਰ ਪਵਿੱਤਰ ਹੋਈ ਕੋਈ ਗੱਲ ਨਹੀਂ ਹੈਗੀ, ਕਿਉਂਕਿ ਕੁਦਰਤ ਦਾ ਨਿਯਮ ਹੈ ਜੀਵਨ ਤੋਂ ਜੀਵਨ ਪੈਦਾ ਕਰਨਾ। ਸਾਡਾ ਅਸਲ ਇਸ ਸੰਸਾਰ ਦੇ ਉੱਪਰ ਆਉਣ ਦਾ ਮਕਸਦ ਤੇ ਇਹ ਹੀ ਹੈ ਕਿ ਇਹ ਜੀਵਨ ਜਿਹੜਾ ਦੁਬਾਰਾ ਅੱਗੇ ਚੱਲਦਾ ਰਹਿ ਜਾਵੇ। ਬਾਕੀ ਜਿੰਨੇ ਵੀ ਕਾਰ ਵਿਹਾਰ ਅਸੀਂ ਕਰਦੇ ਹਾਂ ਇਸ ਦੁਨੀਆ ਤੇ ਰਹਿ ਕੇ, ਉਹ ਸਾਰੇ ਸਪੋਰਟਿਵ ਨੇ, ਸਪੋਰਟ ਕਰਨ ਵਾਲੇ ਨੇ ਉਸ ਗੱਲ ਨੂੰ ਕਿ ਜੀਵਨ ਤੋਂ ਜੀਵਨ ਅੱਗੇ ਪੈਦਾ ਹੋਵੇ। ਫਿਰ ਉਹਦੀਆਂ ਲੋੜਾਂ ਵਾਸਤੇ ਅੱਗੇ ਭੱਜ ਦੌੜ ਹੁੰਦੀ ਹੈ, ਉਹਦੀਆਂ ਲੋੜਾਂ ਵਾਸਤੇ ਫਿਰ ਅੱਗੇ ਸਾਡੀ ਲਾਲਚ ਵੀ ਆ ਜਾਂਦਾ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੀਆਂ ਗੱਲਾਂ ਵਿੱਚ ਐਡ ਹੋ ਜਾਂਦੀਆਂ ਨੇ। ਪਰ ਅਸਲ ਮਕਸਦ ਇਹੀ ਹੈ ਜੀਵਨ ਤੋਂ ਜੀਵਨ ਪੈਦਾ ਕਰਨਾ। ਇਸੇ ਕਰਕੇ ਹੀ ਮਾਸਿਕ ਧਰਮ ਮਾਂ ਸਭ ਤੋਂ ਸੁਪਰੀਮ ਮੰਨੀ ਗਈ ਹੈ। ਇਸੇ ਕਰਕੇ ਉਹਦਾ ਜਿਹੜਾ ਮਾਸਿਕ ਧਰਮ ਹੈ ਉਹਨੂੰ ਮਹੀਨਾਵਾਰੀ ਖੂਨ ਆਉਣਾ ਹੈ ਉਹਨੂੰ ਧਰਮ ਆਖਿਆ ਗਿਆ ਹੈ, ਮਾਸਿਕ ਧਰਮ। ਸੋ ਮਾਸਿਕ ਧਰਮ ਦੀ ਪ੍ਰੋਡਕਸ਼ਨ ਜਿਹੜੀ ਹੈ ਸਾਈਕਲੀਕਲ ਹੈ, ਚੱਕਰ ਦੇ ਵਿੱਚ ਚੱਲਦੀ ਹੈ, ਤੇ ਜਦੋਂ ਕੋਈ ਚੀਜ਼ ਚੱਕਰ ਦੇ ਵਿੱਚ ਚੱਲਦੀ ਉਹਨੂੰ ਕਿਸੇ ਨਾ ਕਿਸੇ ਥਾਂ ਤੋਂ ਸ਼ੁਰੂ ਕਰਨਾ ਪੈਂਦਾ ਦੱਸਣ ਵਾਸਤੇ। ਤੇ ਅਸੀਂ ਇਹ ਸ਼ੁਰੂ ਕਰ ਰਹੇ ਹਾਂ ਕਿ ਮਾਸਿਕ ਧਰਮ ਸਮਝੋ ਕਿ ਅੱਜ ਸਭ ਤੋਂ ਪਹਿਲਾਂ ਤੇ ਸਟਾਰਟਿੰਗ ਅਸੀਂ ਦੱਸਿਆ ਸੀ ਕਿ ਪਹਿਲੇ ਮਾਸਿਕ ਧਰਮ ਜਦੋਂ ਸ਼ੁਰੂ ਹੁੰਦੇ ਨੇ ਉਹ ਆਮ ਤੌਰ ਤੇ ਏਜ ਜਿਹੜੀ ਹੈ 10 ਤੋਂ ਲੈ ਕੇ 16 ਦੇ ਵਿੱਚ ਕਦੀ ਵੀ ਹੋ ਸਕਦੀ ਹੈ, ਪਰ ਨਾਰਮਲ ਹਾਲਾਤ ਅਸੀਂ 10, 11 ਸਾਲ ਦਾ, 12 ਸਾਲ ਦਾ ਲੈਂਦੇ ਹਾਂ ਕਿ ਜਿਹਦੇ ਵਿੱਚ ਪਹਿਲੇ ਮੈਂਸਸ ਕਿਸੇ ਲੜਕੀ ਨੂੰ ਸ਼ੁਰੂ ਹੁੰਦੇ ਨੇ, ਉਹਨੂੰ ਅਸੀਂ ਮਿਨਾਰਕੀ ਕਹਿੰਦੇ ਹਾਂ। ਔਰ ਉਸ ਮਿਨਾਰਕੀ ਦੇ ਸ਼ੁਰੂ ਹੋਣ ਦਾ ਕੰਮ ਸਿਲਸਿਲਾ ਜਿਹੜਾ ਹੈ ਸਾਡੇ ਬ੍ਰੇਨ ਵਿੱਚ ਸ਼ੁਰੂ ਹੁੰਦਾ ਹੈ। ਬ੍ਰੇਨ ਦੇ ਵਿੱਚ ਇੱਕ ਗਲੈਂਡ ਹੈ, ਇੱਕ ਜਗ੍ਹਾ ਹੈ ਜਿਹਨੂੰ ਅਸੀਂ ਹਾਈਪੋਥੈਲਮਸ ਕਹਿੰਦੇ ਹਾਂ। ਹਾਈਪੋਥੈਲਮਸ ਦੇ ਵਿੱਚੋਂ ਇੱਕ ਸਕਰੀਸ਼ਨ ਨਿਕਲਦਾ, ਜਿਵੇਂ ਜਿਵੇਂ ਬੰਦਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਉਹਦੇ 'ਚ ਕਿਰਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਸ ਕਿਰਿਆ ਦੇ ਮੁਤਾਬਕ ਹੀ ਉਹਦੇ ਵਿੱਚ ਇੱਕ ਹਾਰਮੋਨ ਪੈਦਾ ਹੁੰਦਾ ਹੈ ਜਿਹੜਾ ਅੱਗੇ ਪਿਚਰੋਟੀ ਗਲੈਂਡ ਨੂੰ ਸਟਿਮੂਲੇਟ ਕਰਦਾ ਹੈ, ਤੇ ਪਿਚਰੋਟੀ ਗਲੈਂਡ ਦੇ ਵਿੱਚੋਂ ਹੋਰ ਬਹੁਤ ਸਾਰੇ ਹਾਰਮੋਨ ਨਿਕਲਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹਾਰਮੋਨ ਜਿਹੜਾ ਹੈ ਉਹ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਵੀ ਨਿਕਲਦਾ ਹੈ। ਸੋ ਮੰਨ ਲਿਆ ਜਾਏ ਕਿ ਅੱਜ ਕਿਸੇ ਲੜਕੀ ਬੀਬੀ ਭੈਣ ਨੂੰ ਮੈਂਸਸ ਆਏ ਹੈ, 3 ਤੋਂ 5 ਦਿਨ ਦਾ ਪੀਰੀਅਡ ਜਿਹੜਾ ਉਹਦਾ ਹੈ
ਉਹ ਬਲੀਡਿੰਗ ਦਾ ਪੀਰੀਅਡ ਅਸੀਂ ਗਿਣਨੇ ਆ ਉਸ ਨੂੰ। ਉਸ ਤੋਂ ਬਾਅਦ ਦਾ ਜਿਹੜਾ ਪੀਰੀਅਡ ਹੁੰਦਾ ਹੈ ਉਹ ਹੁੰਦਾ ਹੈ ਉਸ ਸਾਰੇ ਚੀਜ਼ ਦੀ ਰਿਪੇਅਰ, ਕਿਉਂਕਿ ਇਸੇ ਸਮੇਂ ਦੇ ਵਿੱਚ ਹੀ ਓਵਰੀ ਦੇ ਵਿੱਚ ਵੀ ਚੇਂਜਸ ਆਉਂਦੀਆਂ ਨੇ, ਇਸੇ ਸਮੇਂ ਦੇ ਵਿੱਚ ਵੀ ਬੱਚੇਦਾਨੀ ਦੇ ਵਿੱਚ ਵੀ ਚੇਂਜਸ ਆਉਂਦੀਆਂ ਨੇ। ਔਰ ਇਸ ਸਮੇਂ ਜਦੋਂ ਬਲੀਡਿੰਗ ਆ ਗਈ, ਮੈਂ ਉੱਥੋਂ ਸ਼ੁਰੂ ਕਰ ਰਿਹਾ, ਬਲੀਡਿੰਗ ਆ ਗਈ ਨੂੰ ਬਲੀਡਿੰਗ ਆ ਗਈ ਤੱਕ ਹੀ ਲਿਆ ਕੇ ਖ਼ਤਮ ਕਰਨਾ ਹੈ ਅਸਾਂ। ਸੋ ਬਲੀਡਿੰਗ ਆ ਗਈ, ਖੂਨ ਆਉਣ ਤੋਂ ਬਾਅਦ ਜਿੰਨੀ ਵੀ ਟੁੱਟ ਭੱਜ ਬੱਚੇਦਾਨੀ ਦੇ ਵਿੱਚ ਹੋਈ ਹੈ ਉਸ ਸਾਰੀ ਟੁੱਟ ਭੱਜ ਨੂੰ ਰਿਪੇਅਰ ਕਰਨ ਵਾਸਤੇ ਇੱਕ ਹਾਰਮੋਨ ਪਿਚਰੋਟੀ ਗਲੈਂਡ ਚੋਂ ਪੈਦਾ ਹੁੰਦਾ ਹੈ, ਉਹਦਾ ਨਾਮ ਹੈ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ, ਅਸੀਂ ਉਹਨੂੰ FSH ਕਹਿੰਦੇ ਹਾਂ। ਉਸ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਦਾ ਮਕਸਦ ਇਸੇ ਤਰ੍ਹਾਂ ਹੀ ਹੈ ਵੀ ਜਿਵੇਂ ਅਸੀਂ ਦੁਬਾਰਾ ਫਿਰ ਕੋਈ ਪਨੀਰੀ ਉਗਾਉਣੇ ਆ, ਦੁਬਾਰਾ ਅਸੀਂ ਖੇਤ ਤਿਆਰ ਕਰਦੇ ਹਾਂ, ਸੁਹਾਗਾ ਫੇਰਦੇ ਹਾਂ ਔਰ ਉਸ ਦੇ ਵਿੱਚ ਪਨੀਰੀ ਬੀਜਦੇ ਹਾਂ। ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਦਾ ਕੰਮ ਇਹ ਹੈ ਬੱਚੇਦਾਨੀ ਦੇ ਵਿੱਚ ਵੀ ਤੇ ਓਵਰੀ ਦੇ ਵਿੱਚ ਵੀ, ਇਹ ਦੋਹਾਂ ਥਾਵਾਂ ਤੇ ਜੋ ਕੁਝ ਅੰਦਰ ਰੈਪਚਰ ਹੋ ਗਿਆ, ਜੋ ਰਿਪੇਅਰ ਹੋਣ ਵਾਲਾ ਬਾਕੀ ਰਹਿ ਗਿਆ, ਉਸ ਨੂੰ ਰਿਪੇਅਰ ਕਰਦੇ ਨੇ ਤੇ ਨਵੀਂ ਪਨੀਰੀ ਪੈਦਾ ਕਰਦੇ ਆ। ਜਦੋਂ ਇਹ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਆਪਣੀ ਇੱਕ ਪੀਕ ਤੇ ਪਹੁੰਚਦਾ ਆ, ਉਸ ਪੀਕ ਤੇ ਪਹੁੰਚਣ ਤੋਂ ਬਾਅਦ ਇੱਕ ਹੋਰ ਹਾਰਮੋਨ ਤਿਆਰ ਹੁੰਦਾ ਜਿਹਦਾ ਨਾਮ ਹੈ LH ਹਾਰਮੋਨ, ਲੂਟੀਨਾਈਜ਼ਿੰਗ ਹਾਰਮੋਨ। ਔਰ ਉਹ ਕੀ ਕਰਦਾ ਹੈ, ਜਿਵੇਂ ਕਿਸੇ ਚੀਜ਼ ਨੂੰ, ਕਿਸੇ ਫੋੜੇ ਨੂੰ ਪਕਾਉਣਾ ਹੁੰਦਾ ਤੇ ਗਰਮੀ ਦੇਈਦੀ ਹੈ, ਹੀਟ ਦੇਈਦੀ ਹੈ, ਅਸੀਂ ਪੁਲਸਟ ਉਹਦੇ ਤੇ ਬੰਨ੍ਹਦੇ ਹਾਂ ਜਾਂ ਲੇਪ ਲਾਉਣੇ ਆ, ਕੁਝ ਐਸਾ ਕਰਦੇ ਹਾਂ। ਇਹਦਾ ਕੰਮ ਇਸ ਟਾਈਪ ਦਾ ਹੈ ਕਿ ਜਿਹੜਾ ਓਵਮ ਓਵਰੀ ਦੇ ਵਿੱਚ ਬਣਨਾ ਸ਼ੁਰੂ ਹੋਇਆ ਸੀ, ਜਿਹਦੀ ਤਰਤੀਬ ਆਪਾਂ ਕੱਲ ਦੁਬਾਰਾ ਦੇ ਚੁੱਕੇ ਹਾਂ, ਮੈਂ ਇੱਕ ਵਾਰ ਫਿਰ ਦੱਸ ਦਿਆਂ ਕਿ ਜਦੋਂ ਹੀ ਓਵੂਲੇਸ਼ਨ ਹੁੰਦਾ ਹੈ ਮੈਂਸਸ ਆਉਣ ਤੋਂ 14 ਦਿਨ ਪਹਿਲਾਂ, ਉਸ ਵੇਲੇ ਇਸ ਓਵਰੀ ਦੇ ਵਿੱਚੋਂ ਓਵਮ ਨਿਕਲ ਕੇ ਬਾਹਰ ਆ ਜਾਂਦਾ ਹੈ ਤੇ ਆਪਣਾ ਅੱਗੇ ਦਾ ਸਫ਼ਰ ਸ਼ੁਰੂ ਕਰਦਾ ਸਪਰਮ ਨੂੰ ਮਿਲਣ ਵਾਸਤੇ। ਬਾਕੀ ਜਿਹੜਾ ਖੋਲ ਰਹਿ ਜਾਂਦਾ ਉਹਨੂੰ ਅਸੀਂ ਕਹਿੰਦੇ ਆ ਕਾਰਪਸ ਲੂਟੀਅਮ। ਉਸ ਕਾਰਪਸ ਲੂਟੀਅਮ ਦੇ ਵਿੱਚੋਂ ਇਹ LH ਹਾਰਮੋਨ ਰਿਲੀਜ਼ ਹੋਣਾ ਸ਼ੁਰੂ ਰਹਿੰਦਾ ਹੈ, ਕੰਟੀਨਿਊ ਹੀ ਰਹਿੰਦਾ ਹੈ, ਜਿਹੜਾ ਬਣਿਆ ਸੀ ਜਿਹਦੇ ਕਰਕੇ ਇਹ ਓਵਰੀ ਰੈਪਚਰ ਹੋਈ, ਜਿਹਦੇ ਵਿੱਚੋਂ ਓਵਮ ਨਿਕਲਿਆ ਔਰ ਬਾਕੀ ਜਿਹੜਾ ਹਿੱਸਾ ਬਚ ਗਿਆ ਉਹਦੇ ਵਿੱਚੋਂ ਇਹ ਹਾਰਮੋਨ ਜਿਹੜਾ ਨਿਕਲਣਾ ਸ਼ੁਰੂ ਹੁੰਦਾ, ਜਿਹਦੇ ਰਾਹੀਂ ਬੱਚੇਦਾਨੀ ਦੇ ਵਿੱਚ ਇੱਕ ਚੇਂਜਸ ਆਉਣੀ ਸ਼ੁਰੂ ਹੋ ਜਾਂਦੀ ਕਿ ਬੱਚੇਦਾਨੀ ਦਾ ਜਿਹੜਾ ਅੰਦਰ ਵਾਲਾ ਲੇਅਰ ਅਸੀਂ ਇੰਡੋਮੈਟਰੀਅਮ ਕਿਹਾ ਸੀਗਾ, ਅਸੀਂ 3 ਲੇਅਰ ਬੱਚੇਦਾਨੀ ਦੇ ਦੱਸੇ ਸੀ ਕਿ ਬਿਲਕੁਲ ਅੰਦਰ ਵਾਲਾ ਇੰਡੋਮੈਟਰੀਅਮ, ਵਿਚਕਾਰ ਵਾਲਾ ਮਾਇਓਮੈਟਰੀਅਮ ਔਰ ਜਿਹੜਾ ਉੱਪਰ ਵਾਲਾ ਸੀ ਉਹ ਪੈਰੀਮੈਟਰੀਅਮ, ਸਭ ਤੋਂ ਬਾਹਰ ਵਾਲਾ ਜਿਹੜਾ ਲੇਅਰ ਸੀਗਾ ਜਿਹੜਾ ਬ੍ਰੌਡ ਲਿਗਾਮੈਂਟ ਦਾ ਬਣਿਆ ਹੋਇਆ ਹੈਗਾ, ਉਸ ਨੂੰ ਅਸੀਂ 3 ਭਾਗਾਂ 'ਚ ਵੰਡਿਆ ਸੀ ਵੀ 3 ਇਹਦੇ ਲੇਅਰ ਹੈਗੇ। ਤੇ ਜਿਹੜਾ ਅੰਦਰ ਵਾਲਾ ਲੇਅਰ ਹੈ ਉਹ LH ਹਾਰਮੋਨ ਦੀ ਐਕਟੀਵਿਟੀ ਦੇ ਹੇਠ ਉਹਦੇ ਵਿੱਚ ਇੰਨੀਆਂ ਜ਼ਿਆਦਾ ਖੂਨ ਦੀਆਂ ਨਾੜੀਆਂ ਬਣ ਜਾਂਦੀਆਂ ਨੇ ਕਿ ਉਹ ਆਪਸ ਵਿੱਚ ਹੀ ਉਲਝ ਜਾਂਦੀਆਂ ਨੇ ਔਰ ਉਹ ਇੰਨਾ ਟਾਈਟ ਹੋ ਜਾਂਦਾ ਹੈ ਜਿਵੇਂ ਕਿਸੇ ਪੁਕਾਨੇ ਦੇ ਵਿੱਚ ਤੁਸੀਂ ਹਵਾ ਜ਼ਿਆਦਾ ਭਰ ਦਿਓ ਤੇ ਉਹ ਫਟ ਜਾਂਦਾ ਹੈ ਨਾ। ਇਸ LH ਹਾਰਮੋਨ ਦੀ ਐਕਟੀਵਿਟੀ ਦੇ ਅਧੀਨ ਜਿਵੇਂ ਓਵਰੀ ਦੇ ਵਿੱਚੋਂ ਓਵਮ ਨਿਕਲਿਆ ਸੀ ਤੇ ਉਹ ਕਿਰਿਆ ਹੋਈ ਸੀ ਅਗਲੇ ਮਾਸਿਕ ਧਰਮ ਆਉਣ ਤੋਂ 14 ਦਿਨ ਪਹਿਲਾਂ, ਔਰ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਕਿਉਂਕਿ LH ਹਾਰਮੋਨ ਹਾਲੇ ਪ੍ਰੋਡਿਊਸ ਹੋ ਹੀ ਰਿਹਾ ਹੈ, ਹਾਲੇ ਬਣ ਹੀ ਰਿਹਾ ਹੈ, ਜਿਹਦੇ ਕਰਕੇ ਇਹ ਬੱਚੇਦਾਨੀ ਦੇ ਵਿੱਚ ਜਿਹੜਾ ਅੰਦਰ ਵਾਲਾ ਲੇਅਰ ਹੈ ਉਹ ਵੀ ਸਵੈਲ ਅਪ ਕਰ ਜਾਂਦਾ, ਸੁੱਜਦਾ ਹੈ, ਉਹਦੇ 'ਚ ਬਹੁਤ ਸਾਰੀਆਂ ਖੂਨ ਦੀਆਂ ਨਾੜੀਆਂ ਆ ਜਾਂਦੀਆਂ ਨੇ, ਉਹ ਮੋਟਾ ਹੋ ਜਾਂਦਾ, ਥੈਲੇ ਵਾਂਗ ਬਣ ਜਾਂਦਾ ਹੈ। ਔਰ ਤਾਂ ਕਿ ਜੇ ਇੱਥੇ ਆ ਕੇ ਪ੍ਰੈਗਨੈਂਸੀ ਜੇ ਓਵਮ ਹੈ ਉਹ ਫਰਟੀਲਾਈਜ਼ਡ ਹੋ ਜਾਵੇ ਤੇ ਫਰਟੀਲਾਈਜ਼ਡ ਹੋਣ ਤੋਂ ਬਾਅਦ ਜੇ ਅੱਗੇ ਪ੍ਰੈਗਨੈਂਸੀ ਚਾਲੂ ਹੋਣੀ ਹੋਵੇ ਤਾਂ ਫਿਰ ਉਹਨੂੰ ਇੱਥੋਂ ਆ ਕੇ ਖੁਰਾਕ ਮਿਲੇ, ਇਹ ਖੂਨ ਦੀਆਂ ਨਾੜੀਆਂ ਦੇ ਵਿੱਚੋਂ ਇਸ ਨੂੰ ਖੁਰਾਕ ਮਿਲੇ, ਉਹ ਇਹਦੇ ਵਾਸਤੇ ਤਿਆਰ ਹੋ ਜਾਂਦਾ ਹੈ ਔਰ ਇਹ LH ਹਾਰਮੋਨ ਦਾ ਫੈਕਟਰੀ ਹੈ। ਉਸ ਤੋਂ ਬਾਅਦ ਜੇ ਤੇ ਪ੍ਰੈਗਨੈਂਸੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਵੇਲੇ LH ਹਾਰਮੋਨ ਦੀ ਪੀਕ ਖਤਮ ਹੋ ਜਾਂਦੀ ਹੈ ਤੇ ਉਹਦੇ ਵਿੱਚੋਂ ਹੀ ਪ੍ਰੋਲੂਟੋਨ ਹਾਰਮੋਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਓਵਰੀ ਦੇ ਵਿੱਚੋਂ। ਦੂਸਰਾ, ਜਦੋਂ ਕਿ ਪ੍ਰੈਗਨੈਂਸੀ ਸ਼ੁਰੂ ਹੋ ਜਾਂਦੀ ਹੈ ਤੇ ਇੱਕ ਦੂਸਰਾ ਹਾਰਮੋਨ ਜਿਹੜਾ ਕਿ ਬੱਚੇਦਾਨੀ ਦੇ ਵਿੱਚ ਹੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਔਲ ਕਹਿੰਦੇ ਆ, ਪਲਸੈਂਟਾ ਕਹਿੰਦੇ ਆ, ਮੈਂ ਹਜੇ ਤਰਤੀਬ ਦੇਣੀ ਉਹਦੀ ਕੋ ਕਿਵੇਂ ਬਣਦਾ ਆ। ਜਦੋਂ ਉਹ ਔਲ ਪਲਸੈਂਟਾ ਕਿ ਪ੍ਰੈਗਨੈਂਸੀ ਸ਼ੁਰੂ ਹੋ ਗਈ ਹੈ, ਔਲ ਪਲਸੈਂਟਾ ਬਣਨਾ ਸ਼ੁਰੂ ਹੋ ਗਿਆ, ਉਹਦੇ ਵਿੱਚੋਂ ਵੀ ਹਾਰਮੋਨ ਪ੍ਰੋਜੈਸਟਰੋਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਔਰ ਜਦੋਂ ਪ੍ਰੋਲੂਟੋਨ ਤੇ ਪ੍ਰੋਜੈਸਟਰੋਨ ਹਾਰਮੋਨ ਦੀਆਂ ਐਕਟੀਵਿਟੀਆਂ ਸੇਮ ਹੀ ਨੇ, ਸੇਮ ਹੀ ਚੀਜ਼ ਆ, ਉਹਨਾਂ ਦੋਹਾਂ ਨੇ ਪ੍ਰੈਗਨੈਂਸੀ ਨੂੰ ਸਟਰੋਂਗ ਕਰਨਾ ਹੈ ਤਾਂ ਕਿ ਇਹ ਆਉਣ ਵਾਲਾ ਨਵਜੀਵਨ ਜਿਹੜਾ ਸਰਵਾਈਵ ਕਰਕੇ ਅੱਗੇ ਵਧਣਾ ਫੁੱਲਣਾ ਸ਼ੁਰੂ ਹੋ ਜਾਵੇ। ਸੋ ਇਹ ਕਿਰਿਆ ਉਹਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ।
ਇਸ ਨੂੰ ਅਸੀਂ 28 ਦਿਨ ਦਾ ਚੱਕਰ ਆਮ ਤੌਰ ਤੇ ਗਿਣਦੇ ਆ, ਪਰ ਕਈਆਂ ਬੀਬੀਆਂ ਭੈਣਾਂ ਨੂੰ ਕੱਲ ਜਿਵੇਂ ਮੈਂ ਜਵਾਰ ਭਾਟੇ ਦੀ ਇੱਕ ਐਗਜ਼ਾਮਪਲ ਦਿੱਤੀ ਸੀਗੀ, ਉਸੇ ਮੁਤਾਬਿਕ ਹੀ ਕਈਆਂ ਬੀਬੀਆਂ ਭੈਣਾਂ ਨੂੰ ਵੱਧ ਘੱਟ ਸਮੇਂ ਦੇ ਵਿੱਚ ਮੈਂਸਸ ਆਉਂਦੇ ਰਹਿੰਦੇ ਨੇ। ਪਰ ਜੇ ਇਹਨਾਂ ਦੇ ਵਿੱਚ ਇੱਕ ਰੈਗੂਲੈਰਿਟੀ ਬਣ ਜਾਵੇ ਤੇ ਉਸ ਰੈਗੂਲੈਰਿਟੀ ਨੂੰ ਅਸੀਂ ਕਹਿ ਸਕਦੇ ਹਾਂ ਕਿ 14 ਦਿਨ ਪਹਿਲਾਂ ਓਵੂਲੇਸ਼ਨ ਹੋਣਾ ਹੀ ਹੈ। ਔਰ ਜੇ ਉਸ ਸਮੇਂ ਦੇ ਮੁਤਾਬਕ ਹੀ ਸਪਰਮ ਉਸ ਨੂੰ ਮਿਲ ਜਾਂਦਾ ਹੈ ਸਾਡੇ ਸੰਬੰਧਾਂ ਦੇ ਵਿੱਚ, ਉਸ ਮੁਤਾਬਕ, ਕਿਉਂਕਿ ਸਪਰਮ ਦਾ ਸਮਾਂ ਸਾਰਾ ਜਿਹੜਾ ਹੈ ਉਹ 5 ਤੋਂ 7 ਦਿਨ ਦਾ ਹੈਗਾ, ਔਰ 5 ਤੋਂ 7 ਦਿਨ ਤੱਕ ਹੀ ਉਹਨੇ ਸਰਵਾਈਵ ਕਰ ਸਕਣਾ, ਮੈਕਸਿਮਮ 5 ਦਿਨ ਤੱਕ। 2 ਦਿਨ ਉਹਨੇ ਉਸੇ ਹਾਲਾਤ ਵਿੱਚ ਹੀ ਸਰਵਾਈਵ ਕਰਨਾ ਜੇ ਉਹਨੂੰ ਓਵਮ ਨਹੀਂ ਮਿਲਿਆ ਤੇ। ਪਰ ਜੇ ਓਵਮ ਉਸ ਸਮੇਂ ਮਿਲ ਗਿਆ ਤੇ ਫਿਰ ਉਹ 5 ਦਿਨਾਂ ਦੇ ਵਿੱਚ ਉਹਦੀ ਅਗਲੀ ਕਾਰਵਾਈ ਸ਼ੁਰੂ ਹੋ ਜਾਣੀ, ਨਹੀਂ ਤੇ ਉਹਨੇ ਡੈਡ ਹੋ ਜਾਣਾ, ਉਹ ਆਟੋਲਾਈਸਿਸ ਦੇ ਪ੍ਰੋਸੈਸ ਵਿੱਚ ਚਲੇ ਜਾਣਾ ਹੈਗਾ। ਸੋ ਖੈਰ, ਇਹ ਮਾਸਿਕ ਧਰਮ ਦੀ ਜਿਹੜੀ ਕਿਰਿਆ ਹੈ ਇਹ ਇਹਨਾਂ ਫੇਜ਼ਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਅਸੀਂ ਇੱਥੋਂ ਤੱਕ ਪਹੁੰਚ ਗਏ ਕਿ ਦੋਵੇਂ ਪਾਸੇ ਦੀ ਕਿਰਿਆ ਹੁਣ ਇਸ ਤਰ੍ਹਾਂ ਹੋ ਗਈ ਕਿ ਨਵ ਜੀਵਨ ਸ਼ੁਰੂ ਹੋਣਾ ਹੀ ਹੈ। ਭਾਵ ਓਵਰੀ ਚੋਂ ਓਵਰ ਨਿਕਲਿਆ ਔਰ ਆਦਮੀ ਵਾਲੇ ਪਾਸੋਂ ਸਪਰਮ ਵੀ ਇਹਦੇ ਵਿੱਚ ਐਂਟਰ ਕਰ ਗਿਆ। ਫੈਲੋਪੀਅਨ ਟਿਊਬ ਦਾ ਜਿਹੜਾ ਇੱਕ ਇਸਥਮਸ ਹਿੱਸਾ ਹੈ ਉਹਨੂੰ ਕਹਿੰਦੇ ਆ, ਜਿਹੜਾ ਬੱਚੇਦਾਨੀ ਦੇ ਨਾਲ ਜੁੜਿਆ ਹੋਇਆ, ਬਹੁਤ ਬਰੀਕ ਹਿੱਸਾ ਹੁੰਦਾ ਹੈ ਜਿਹਦੇ ਅੰਦਰ ਦੀ ਗੁਲਾਈ 1 ਮਿਲੀਮੀਟਰ ਸਿਰਫ ਹੁੰਦੀ ਹੈ। ਔਰ ਅਸੀਂ ਇਹ ਵੇਖਿਆ ਕਿ ਜਿਹੜਾ ਗ੍ਰੇਫੀਅਨ ਫੋਲੀਕਲ ਜਿਹੜਾ ਓਵਰੀ ਦੇ ਵਿੱਚੋਂ ਨਿਕਲਿਆ ਸੀ ਓਵਮ, ਉਹਦਾ ਸਾਈਜ਼ ਵੱਡਾ ਹੁੰਦਾ ਹੈ, ਉਹ ਮੈਕਰੋਸਕੋਪਿਕ ਹੁੰਦਾ ਹੈ। ਮੈਕਰੋਸਕੋਪਿਕ ਅਸੀਂ ਉਹਨੂੰ ਕਹਿੰਦੇ ਆ ਜਿਹੜਾ ਅੱਖਾਂ ਨਾਲ ਵੇਖਿਆ ਜਾ ਸਕਦਾ ਹੋਵੇ, ਭਾਵੇਂ ਇੰਨਾ ਕੁ ਸਾਈਜ਼ ਉਹਦਾ ਹੈਗਾ ਹੈ ਕਿ ਅੱਖਾਂ ਨਾਲ ਵੇਖਿਆ ਜਾ ਸਕੇ। ਪਰ ਜਿਹੜੇ ਸਪਰਮ ਨੇ ਉਹ ਮਾਈਕਰੋਸਕੋਪਿਕ ਨੇ, ਉਹ ਅੱਖਾਂ ਨਾਲ ਨਹੀਂ ਵੇਖੇ ਜਾ ਸਕਦੇ, ਉਹਨਾਂ ਨੂੰ ਮਾਈਕਰੋਸਕੋਪ ਦੇ ਵਿੱਚ ਹੀ ਵੇਖਿਆ ਜਾ ਸਕਦਾ ਹੈ। ਉਹ ਨਿਕਲਦੇ ਵੀ ਮਿਲੀਅਨਸ ਦੇ ਵਿੱਚ ਨੇ, 120 to 150 ਮਿਲੀਅਨ, ਕਈ ਵਾਰ 200 ਮਿਲੀਅਨ ਤੱਕ ਵੀ ਇੱਕ ਏਜੈਕੂਲੇਸ਼ਨ ਸਪਰਮ ਜਿਹੜੇ ਨੇ ਉਹ ਆ ਸਕਦੇ ਨੇ, ਕਿਉਂਕਿ ਇੱਕ ਹੀ ਓਵਮ ਨੇ ਫਰਟੀਲਾਈਜ਼ ਕਰਨਾ ਹੁੰਦਾ ਹੈ। ਉਹਦੀ ਹਿਸਟਰੀ ਅਸੀਂ ਸਾਰੇ ਜਿਹੜੇ ਨਵੇਂ ਜੁੜੇ ਹੋਏ ਨੇ ਉਹ ਵੀ ਇਹ ਜਾਣ ਲੈਣ ਕਿ ਉਹਦੀ ਹਿਸਟਰੀ ਇਹ ਆ ਵੀ ਬਹੁਤ ਸਾਰੇ ਸਪਰਮ ਜਿਹੜੇ ਨੇ ਰਸਤੇ ਦੇ ਵਿੱਚ ਮਰ ਜਾਂਦੇ ਨੇ ਜਦੋਂ ਵਜਾਈਨਲ ਏਰੀਏ 'ਚ ਪਹੁੰਚਦੇ ਨੇ, ਕਿਉਂਕਿ ਵਜਾਈਨਲ ਏਰੀਏ ਦਾ ਜਿਹੜਾ ਇਨਵਾਇਰਨਮੈਂਟ ਹੈ ਉਹ ਐਸਿਡਿਕ ਹੈ, ਜਿਹੜਾ ਸੀਮਨ ਦਾ ਇਨਵਾਇਰਨਮੈਂਟ ਹੈ ਉਹ ਐਲਕਲਾਈਨ ਹੈ, ਤੇ ਜਦੋਂ ਐਲਕਲਾਈਨ ਤੋਂ ਐਸਿਡਿਕ ਮੀਡੀਅਮ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਡੈਡ ਹੋ ਜਾਂਦੇ ਨੇ। ਪਰ ਜਿਹੜੇ ਐਕਟਿਵ ਤੇ ਮੋਟਾਈਲ ਸਪਰਮ ਹੁੰਦੇ ਨੇ, ਜਿਹੜੇ ਸਟਰੋਂਗ ਹੁੰਦੇ ਨੇ, ਉਹ ਅੱਗੇ ਬੱਚੇਦਾਨੀ ਵਿੱਚ ਸੱਕ ਹੋਣੇ ਸ਼ੁਰੂ ਹੋ ਜਾਂਦੇ ਨੇ। ਸੱਕ ਹੋਣ ਦਾ ਪ੍ਰੋਸੈਸ ਮੈਂ ਇਹ ਦੱਸਿਆ ਸੀ ਕਿ ਯੂਟਰਸ ਦੇ ਵਿੱਚ ਜਦੋਂ ਹਾਰਮੋਨ ਬਣਨੇ ਸ਼ੁਰੂ ਹੋ ਜਾਂਦੇ ਨੇ, ਕੋਈ ਬੱਚੀ ਜਵਾਨ ਹੁੰਦੀ ਹੈ ਉਹਦੇ ਨਾਲ ਹੀ ਉਹ ਹਾਰਮੋਨ ਬਣਨੇ ਸ਼ੁਰੂ ਹੋ ਜਾਂਦੇ ਨੇ, ਤੇ ਉਸ ਹਾਰਮੋਨ ਦੀ ਕਿਰਿਆ ਦੇ ਨਾਲ ਇੱਕ ਲਗਾਤਾਰ ਮੂਵਮੈਂਟ ਬੱਚੇਦਾਨੀ ਦੇ ਵਿੱਚ ਸਟਾਰਟ ਹੋ ਜਾਂਦੀ, ਜਿਹੜੀ ਕਿ ਆਦਮੀ ਦੇ ਟੈਸਟਿਸ ਵਿੱਚ ਵੀ ਹੁੰਦੀ ਰਹਿੰਦੀ ਹੈ। ਔਰ ਜਦੋਂ ਔਰਤ ਦੀ ਬੱਚੇਦਾਨੀ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਤੇ ਉਹਦਾ ਨਾਂ ਹੈ ਯੂਟਰਾਈਨ ਸਫਲ। ਯੂਟਰਾਈਨ ਸਫਲ ਇਸ ਤਰ੍ਹਾਂ ਹੀ ਹੈ ਜਿਵੇਂ ਮੋਗਰਾਂ ਹੀ ਕੋਈ ਚੀਜ਼ ਖਿੱਚ ਲੈਣੀ ਹੁੰਦੀ ਹੈ, ਸਾਰਾ ਹੀ ਖਿੱਚ ਲੈਣਾ ਹੁੰਦਾ ਹੈ। ਤੇ ਉਹਦੇ ਮੁਤਾਬਕ ਉਹ ਸਪਰਮ ਜਿਹੜੇ ਨੇ ਉਹ ਬੱਚੇਦਾਨੀ ਦੇ ਵਿੱਚ ਵਜਾਈਨਾ ਦੇ ਵਿੱਚੋਂ ਚੜ੍ਹਨੇ ਸ਼ੁਰੂ ਹੋ ਜਾਂਦੇ ਨੇ, ਤੇ ਅਲਟੀਮੇਟ ਉਹਦਾ ਡੈਸਟੀਨੇਸ਼ਨ ਅਸੀਂ ਦੱਸਿਆ ਸੀਗਾ ਕਿ ਅੱਗੇ ਜਾ ਕੇ ਯੂਟਰਸ ਦੇ ਵਿੱਚ 2 ਹਿੱਸਿਆਂ 'ਚ ਵੰਡੇ ਗਏ, 2 ਫੈਲੋਪੀਅਨ ਟਿਊਬਸ ਚਲੇ ਗਏ। ਇੱਕ ਪਾਸੇ ਸਾਨੂੰ ਓਵਮ ਮਿਲਣਾ, ਇੱਕ ਪਾਸੇ ਓਵਮ ਨਹੀਂ ਮਿਲਣਾ। ਜਿਸ ਪਾਸੇ ਓਵਮ ਨਹੀਂ ਮਿਲਣਾ ਉਸ ਪਾਸੇ ਉਹ ਆਟੋਲਾਈਸਿਸ ਦੇ ਪ੍ਰੋਸੈਸ ਦੇ ਮੁਤਾਬਕ ਖਤਮ ਹੋ ਜਾਣਗੇ। ਦੂਜੇ ਪਾਸੇ ਜਿੱਥੇ ਸਾਨੂੰ ਓਵਮ ਮਿਲਣਾ ਹੈਗਾ, ਇਹਨਾਂ ਨੇ ਜਾ ਕੇ ਓਵਮ ਨੂੰ 4 ਚਫੇਰੇ ਤੋਂ ਘੇਰ ਲੈਣਾ ਹੈ। 4 ਚਫੇਰੇ ਨੂੰ ਘੇਰਨ ਤੋਂ ਬਾਅਦ ਉਹਦਾ ਜਿਹੜਾ ਉੱਪਰ ਵਾਲਾ ਲੇਅਰ ਹੈਗਾ ਅੰਡੇ ਦਾ, ਉਹ ਬਹੁਤ ਸਖਤ ਹੁੰਦਾ, ਉਹਦਾ ਨਾਂ ਹੈ ਕੋਰਨਾ ਰੇਡੀਏਟਾ, ਜਿਹਦੇ ਰਾਹੀਂ ਉਹ ਰਿੜਦਾ ਹੈ। ਰੇਡੀਏਟਾ ਕਰਕੇ ਉਹਦਾ ਨਾਂ ਰਿੜਨ ਵਾਲਾ ਪਾ ਦਿੱਤਾ, ਕੋਰਨਾ ਰੇਡੀਏਟਾ ਨਾਂ ਹੈ ਉਹਦਾ। ਉਹ ਬਹੁਤ ਸਖਤ ਲੇਅਰ ਹੁੰਦਾ ਹੈ, ਸਪਰਮ ਜਿਹੜੇ ਨੇ ਉਹ ਉਹਦੇ ਵਿੱਚ ਐਂਟਰ ਨਹੀਂ ਕਰ ਸਕਦੇ। ਪਰ ਉਹਦੇ ਸਪਰਮ ਦੀ ਜਿਹੜਾ ਪਹਿਲਾ ਮੂੰਹ ਹੁੰਦਾ ਅੱਗੇ ਹੈੱਡ ਦੇ ਉੱਪਰਲੇ ਪਾਸੇ, ਉਹ ਕਾਫੀ ਤਿੱਖਾ ਚੁੰਝ ਵਰਗਾ ਬਣਿਆ ਹੁੰਦਾ, ਜਿਸ ਕਰਕੇ ਉਹ ਉਸ ਨੂੰ ਚੁੰਝਾ ਮਾਰਦੇ ਰਹਿੰਦੇ ਨੇ ਤੇ ਅਲਟੀਮੇਟ ਉਹਨਾਂ ਦੀ ਡੈਥ ਹੋ ਜਾਂਦੀ ਹੈ, ਜਿਹਦੇ ਰਾਹੀਂ ਇੱਕ ਆਟੋਲਾਈਸਿਸ ਪ੍ਰੋਸੈਸ ਦੇ ਮੁਤਾਬਕ ਇੱਕ ਐਂਜ਼ਾਈਮਸ ਪੈਦਾ ਹੁੰਦਾ ਕਿ ਉਹ ਗਲਣੇ ਸ਼ੁਰੂ ਹੋ ਜਾਂਦੇ ਨੇ, ਜਿਹਦੇ ਨਾਲ ਕੋਰਨਾ ਰੇਡੀਏਟਾ ਦੀ ਦੀਵਾਰ ਵੀ ਗਲ ਜਾਂਦੀ ਹੈ। ਔਰ ਆਖਰੀ ਲੇਟ ਕਮਿੰਗ ਸਪਰਮ ਜਿਹੜਾ ਹੈ ਉਹ ਇਹਦੇ ਵਿੱਚ ਐਂਟਰ ਕਰਨ ਦੇ ਵਿੱਚ ਕਾਮਯਾਬ ਹੁੰਦਾ ਹੈ, ਤੇ ਉਹਦਾ ਵੀ ਇਕੱਲਾ ਇੱਕ ਹੈੱਡ, ਇੱਕ ਸਿਰ ਹੀ ਉਹਦੇ ਵਿੱਚ ਐਂਟਰ ਕਰ ਸਕਦਾ ਹੈ। ਬਹੁਤ ਟਾਈਟ ਪੋਜੀਸ਼ਨ ਉਹਦੀ ਹੁੰਦੀ ਹੈ। ਜਦੋਂ ਇਹਦੇ ਵਿੱਚ ਐਂਟਰ ਕਰ ਜਾਂਦਾ ਹੈ ਤੇ ਉਸ ਤੋਂ ਬਾਅਦ ਇਹਦਾ ਨਾਮ ਬਦਲਿਆ ਜਾਂਦਾ ਹੈ, ਬਲਾਸਟੋਸਿਸਟ ਹੋ ਜਾਂਦਾ ਹੈ। ਉੱਪਰ ਵਾਲਾ ਜਿਹੜਾ ਬਲਾਸਟੋਸਿਸਟ ਦੇ ਲੇਅਰ ਹੈ ਉਹਦਾ ਨਾਂ ਕੋਰੀਓਨ ਹੋ ਜਾਂਦਾ ਹੈ। ਕੋਰੀਓਨ ਦਾ ਵਿੱਚ ਕਵਰ ਕੀਤਾ ਹੋਏ ਇਹ 2 ਚੀਜ਼ਾਂ ਹਨ। ਕੋਰੀਅਨ ਇੱਕ ਪੁਕਾਨਾ ਸਮਝ ਸਕਦੇ ਹੋ। ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿਆਂ ਕਿ ਮੰਨ ਲਿਆ ਜੇ ਸਾਡੇ ਕੋਲੇ 2 ਪੁਕਾਨੇ ਹੋਣ ਫੁੱਲੇ ਹੋਏ, ਇੱਕ ਛੋਟਾ ਹੈ ਇੱਕ ਵੱਡਾ ਹੈ, ਤੇ ਵੱਡੇ ਪੁਕਾਨੇ ਦੇ ਵਿੱਚ ਅਸੀਂ ਛੋਟੇ ਪੁਕਾਨੇ ਨੂੰ ਅਗਰ ਫਿਊਜ਼ ਕਰਨਾ ਹੋਵੇ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਦੀਆਂ ਬਾਹਰੀ ਦੀਵਾਰਾਂ ਆਪਸ ਵਿੱਚ ਮਿਲਣਗੀਆਂ, ਫਿਰ ਉਹ ਛੋਟਾ ਪੁਕਾਨਾ ਉਹਦੇ ਅੰਦਰ ਜਾਏਗਾ ਤੇ ਉਹ ਉਸ ਨੂੰ ਓਵਰਲੈਪ ਕਰੇਗਾ,
फिर ਜਿਹੜੀ ਛੋਟੇ ਪਕਾਨੇ ਦੀ ਆਖਰੀ ਦੀਵਾਰ ਹੈ ਉਹ ਵੀ ਅੰਦਰ ਚਲੀ ਜਾਏਗੀ। ਬਿਲਕੁਲ 3 ਲੇਅਰ ਬਣ ਗਏ। ਮੈਂ ਸਮਝਦਾ ਮੈਂ ਸਮਝਾਉਣ 'ਚ ਕਾਮਯਾਬ ਹੋ ਗਿਆ ਕਿ ਛੋਟੇ ਪਕਾਨੇ ਨੇ ਵੱਡੇ ਪਕਾਨੇ ਦੇ ਵਿੱਚ ਐਂਟਰ ਕਰਨਾ ਹੈ ਤੇ ਉਸ ਵੇਲੇ 3 ਲੇਅਰ ਬਣ ਗਏ। ਇੱਕ ਤਾਂ ਫਸਟ ਲੇਅਰ ਜਿੱਥੇ ਉਹਨਾਂ ਟੱਚ ਕੀਤਾ ਇੱਕ ਦੂਜੇ ਨੂੰ, ਦੂਜਾ ਉਹ ਲੇਅਰ ਜਿਹੜਾ ਉਸ ਨੇ ਓਵਰਲੈਪ ਕੀਤਾ ਵੱਡੇ ਪਕਾਨੇ ਨੇ ਛੋਟੇ ਪਕਾਨੇ ਨੂੰ, ਤੇ ਇੱਕ ਛੋਟੇ ਪਕਾਨੇ ਦੀ ਜਿਹੜੀ ਬਾਹਰੀ ਰਹਿ ਗਈ ਦੀਵਾਰ ਹੈ ਉਹ ਜਿਹੜੀ ਉਹਦੇ ਅੰਦਰ ਗਈ। ਇਹ 3 ਲੇਅਰ ਬਣ ਗਏ ਔਰ ਇਹਨਾਂ 3 ਲੇਅਰਾਂ ਦਾ ਨਾਂ ਹੀ ਅਸੀਂ ਰੱਖ ਦਿੱਤਾ ਐਂਟੋਡਰਮ, ਜਿਹੜਾ ਬਿਲਕੁਲ ਅੰਦਰ ਵਾਲਾ ਲੇਅਰ ਹੈ ENTO ਐਂਟੋਡਰਮ, ਔਰ ਜਿਹੜਾ ਵਿਚਕਾਰਲਾ ਲੇਅਰ ਛੋਟੇ ਪਕਾਨੇ ਦਾ ਬਚ ਗਿਆ ਸੀ ਉਹਦਾ ਨਾਂ ਅਸੀਂ ਰੱਖ ਦਿੱਤਾ ਮੇਜ਼ੋਡਰਮ, ਔਰ ਜਿਹੜਾ ਉੱਪਰ ਵਾਲਾ ਵੱਡੇ ਪਕਾਨੇ ਦਾ ਬਾਹਰੀ ਲੇਅਰ ਜਿਹਨੇ ਪੂਰੇ ਨੂੰ ਕਵਰ ਕੀਤਾ ਸੀ ਆਪਸ ਦੇ ਵਿੱਚ ਉਸ ਨੂੰ ਅਸੀਂ ਰੱਖ ਦਿੱਤਾ ਐਕਟੋਡਰਮ। ਸੋ ਮੈਡੀਕਲ ਟਰਮ ਦੇ ਤੌਰ ਤੇ ਅਸੀਂ ਇੰਟੋਡਰਮ, ਮੇਜ਼ੋਡਰਮ ਔਰ ਐਕਟੋਡਰਮ ਇਹ 3 ਨਾਂ ਉਸ ਚੀਜ਼ ਦੇ ਰੱਖ ਦਿੰਦੇ ਆ ਜਿਹਨੂੰ ਬਲਾਸਟੋਸਿਸਟ ਅਸੀਂ ਕਿਹਾ ਹੈ। ਬਲਾਸਟੋਸਿਸਟ ਅਸੀਂ ਉਹਨੂੰ ਕਿਹਾ ਹੈ ਜਿਹਦੇ ਵਿੱਚ ਓਵਮ ਤੇ ਸਪਰਮ ਆਪਸ ਵਿੱਚ ਫਿਊਜ਼ ਹੋ ਰਹੇ ਆ। ਜਦੋਂ ਉਹ ਆਪਸ ਦੇ ਵਿੱਚ ਫਿਊਜ਼ ਹੁੰਦੇ ਹੈ ਦੀਵਾਰ ਵੀਕ ਹੋ ਗਈ ਹੈ, ਅੰਦਰ ਪ੍ਰੈਸ਼ਰ ਵੱਧ ਗਿਆ ਹੈ ਤੇ ਇੱਕ ਸਧਾਰਨ ਜੀ ਕਿਰਿਆ ਵਾਪਰਦੀ ਹੈ ਜਿਵੇਂ ਟਿਊਬ ਸਾਈਕਲ ਦੀ ਕਈ ਥਾਵਾਂ ਤੋਂ ਕਮਜ਼ੋਰ ਹੋਵੇ ਤੇ ਉਹਦੇ ਤੇ ਤੁਸੀਂ ਲੋਡ ਤੋਂ ਵੱਧ ਜਦੋਂ ਹਵਾ ਭਰੋ ਤੇ ਉਹ ਥਾਂ ਤੋਂ ਫੁੱਲਣੀ ਸ਼ੁਰੂ ਹੋ ਜਾਂਦੀ ਹੈ। ਇਹ ਬੜੀ ਸਧਾਰਨ ਗੱਲ ਹੈ ਜਿਹੜੇ ਆਮ ਸਾਰੇ ਵੀਰ ਸਮਝ ਸਕਦੇ ਨੇ, ਸਾਰੀਆਂ ਭੈਣਾਂ ਸਮਝ ਸਕਦੀਆਂ ਨੇ। ਕਮਜ਼ੋਰ ਟਿਊਬ ਜਿੰਨੀ ਥਾਂ ਤੋਂ ਕਮਜ਼ੋਰ ਹੋਏਗੀ ਜਦੋਂ ਉਹਦੇ 'ਚ ਹਵਾ ਭਰੀ ਜਾਏਗੀ ਉਹ ਉਹਨਾਂ ਕਮਜ਼ੋਰ ਥਾਵਾਂ ਤੋਂ ਫੁੱਲਣੀ ਸ਼ੁਰੂ ਹੋ ਜਾਏਗੀ। ਇਹ ਅਸੀਂ ਕਹਿ ਚੁੱਕੇ ਹਾਂ ਕਿ ਆਟੋਲਾਈਸਿਸ ਦੇ ਪ੍ਰੋਸੈਸ ਦੇ ਮੁਤਾਬਿਕ ਓਵਮ ਦੀ ਬਾਹਰਲੀ ਦੀਵਾਰ ਜਿਹੜੀ ਕੋਰਨਾ ਰੇਡੀਏਟਾ ਸੀ ਉਹ ਕਮਜ਼ੋਰ ਹੋ ਗਈ। ਹੁਣ ਇਹਦੇ ਵਿੱਚ ਸਪਰਮ ਵੀ ਐਂਟਰ ਕਰ ਗਿਆ, ਜਗ੍ਹਾ ਵਿੱਚ ਹੈ ਨਹੀਂ ਸੀ, ਅੰਦਰੋਂ ਜਗ੍ਹਾ ਟਾਈਟ ਹੋ ਗਈ, ਅੰਦਰੋਂ ਪ੍ਰੈਸ਼ਰ ਬਣਿਆ। ਜਦੋਂ ਅੰਦਰੋਂ ਪ੍ਰੈਸ਼ਰ ਬਣਿਆ ਤੇ ਪ੍ਰੈਸ਼ਰ ਬਣਨ ਦੇ ਨਾਲ ਉਹ ਬਾਹਰਲੀ ਜਿਹੜੀ ਦੀਵਾਰ ਸੀ ਉਹ ਫੁੱਲਣੀ ਸ਼ੁਰੂ ਹੋ ਗਈ। ਜਦੋਂ ਉਹ ਫੁੱਲਣੀ ਸ਼ੁਰੂ ਹੁੰਦੀ ਹੈ ਤੇ ਜਿਵੇਂ ਅਸੀਂ ਉਂਗਲਾਂ ਦੇ ਵਿੱਚ ਉਂਗਲਾਂ ਪਾ ਲਈ, ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ ਹੋਵੇ ਤੇ ਸਤਿ ਸ੍ਰੀ ਅਕਾਲ ਹੱਥ ਨਾਲ ਜੋੜ ਕੇ ਜੇ ਉਂਗਲਾਂ ਦੇ ਵਿੱਚ ਉਂਗਲਾਂ ਪਾ ਲਈਏ ਤੇ ਚੁੰਝਾਂ ਸਾਨੂੰ ਦੋਵੇਂ ਪਾਸੇ ਦਿਖਾਈ ਦੇ ਰਹੀਆਂ ਨੇ। ਉਹ ਜਿਹੜੀਆਂ ਚੁੰਝਾਂ ਵਾਂਗ ਬਣ ਜਾਂਦੀ ਹੈ ਉਹ ਉਸ ਬਲਾਸਟੋਸਿਸਟ ਦੇ 4 ਚਫੇਰੇ ਚੁੰਝਾਂ ਬਣ ਜਾਂਦੀਆਂ। ਉਹਨਾਂ ਚੁੰਝਾਂ ਨੂੰ ਅਸੀਂ ਕਹਿੰਦੇ ਹਾਂ ਕੋਰੀਓਨਿਕ ਵਿਲਾਈਜ਼। ਪੰਜਾਬੀ 'ਚ ਚੁੰਝਾਂ ਹੀ ਕਹਾਂਗੇ ਕਿ ਉਹ ਦੋਵੇਂ ਓਵਮ ਤੇ ਸਪਰਮ ਆਪਸ ਵਿੱਚ ਮਿਲ ਗਏ ਹੈ ਔਰ ਅੰਦਰ ਪ੍ਰੈਸ਼ਰ ਵੱਧ ਗਿਆ ਹੈ, ਬਾਹਰਲੀ ਦੀਵਾਰ ਕਮਜ਼ੋਰ ਹੋ ਗਈ ਹੈ। ਇਸ ਕਰਕੇ ਅੰਦਰ ਦੇ ਪ੍ਰੈਸ਼ਰ ਕਰਕੇ ਉਹਦੇ ਤੋਂ ਬਾਹਰ ਚੁੰਝਾਂ ਨਿਕਲ ਆਈਆਂ ਨੇ ਜਿਨ੍ਹਾਂ ਨੂੰ ਅਸੀਂ ਕਿਹਾ ਕੋਰਨਾ ਰੇਡੀਏਟਾ। ਦੂਸਰੀ ਐਗਜ਼ਾਮਪਲ ਜਿਵੇਂ ਤੁਸੀਂ ਟਰੈਕਟਰਾਂ ਦੇ ਟਾਇਰਾਂ ਨੂੰ ਗੁੱਡੀਆਂ ਲੱਗੀਆਂ ਵੇਖੀਆਂ ਨੇ ਨਾ, ਤਾਂ ਹੀ ਉਹ ਤੇਜ਼ ਚੱਲਦੇ ਨੇ ਨਾ, ਤਾਂ ਹੀ ਤੁਰ ਸਕਦੇ ਨੇ। ਇਹ ਗੁੱਡੀਆਂ ਦੇ ਕਰਕੇ ਇਸ ਜਿਹੜਾ ਬਲਾਸਟੋਸਿਸਟ ਹੈ ਇਹ ਤੁਰਨਾ ਸ਼ੁਰੂ ਕਰਦਾ ਹੈ। ਔਰ ਮੈਂ ਕਿਉਂਕਿ ਦੱਸਿਆ ਪਹਿਲਾਂ ਕਿ ਜਿਹੜੇ ਅੰਦਰ ਦੇ ਮਾਸਪੇਸ਼ੀਆਂ ਨੇ ਨਾ ਫੈਲੋਪੀਨ ਟਿਊਬ ਦੀਆਂ ਉਹ ਗੋਲ ਨੇ, ਗੋਲਾਈ 'ਚ ਨੇ। ਉੱਪਰ ਵਾਲੀਆਂ ਲੰਬੀਆਂ ਨੇ ਲੈਂਥ ਦੇ ਤੌਰ ਤੇ, ਵਿਚਕਾਰ ਵਾਲੀਆਂ ਗੋਲ ਨੇ। ਜਿਵੇਂ ਆਮ ਕਿਸੇ ਤੁਸੀਂ ਇਹੋ ਜਿਹੀਆਂ ਕੋਈ ਸੜਕਾਂ ਲੰਘਣ ਨਾ ਜਿਹੜੀਆਂ ਸਿਲਾਂ ਦੀਆਂ ਬਣੀਆਂ ਹੁੰਦੀਆਂ ਨੇ, ਸੀਮੈਂਟ ਦੀਆਂ ਨਹੀਂ ਬਣੀਆਂ ਹੁੰਦੀਆਂ, ਸਿਲਾਂ ਰੱਖ ਕੇ ਬਣੀਆਂ ਹੁੰਦੀਆਂ, ਜਦੋਂ ਉਹਦੇ ਤੇ ਗੱਡੀ ਚੱਲਦੀ ਹੈ ਨਾ ਤਾਂ ਠੱਕ 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 ਵੱਜਦੀ ਹੈ, ਉਹਦੀ ਡਿਫਰੈਂਟ ਆਵਾਜ਼ ਹੁੰਦੀ ਹੈ। ਜਦੋਂ ਇਹ ਬਲਾਸਟੋਸਿਸਟ ਇਸ ਕੋਰੀਓਨਿਕ ਵਿਲਾਈਜ਼ ਦੇ ਆਸਰੇ ਤੇ ਮੂਵ ਕਰਨਾ ਸ਼ੁਰੂ ਕਰਦਾ ਹੈ ਤੇ ਬੱਚੇਦਾਨੀ ਵਾਲੇ ਪਾਸੇ ਜਾਣਾ ਸ਼ੁਰੂ ਕਰਦਾ ਹੈ ਤਾਂ ਉਸ ਵੇਲੇ ਇਹ ਇਹਨਾਂ ਚੁੰਝਾਂ ਦੇ ਸਹਾਰੇ ਉਹ ਬੱਚੇਦਾਨੀ ਦੇ ਵਿੱਚ ਪਹੁੰਚਦਾ ਹੈ। ਪਰ ਪਹੁੰਚਣਾ ਇੰਨਾ ਆਸਾਨ ਨਹੀਂ ਹੈ। ਪਹੁੰਚਣ ਵਾਸਤੇ ਇਸ ਨੂੰ ਇੱਕ ਲਿਮਟਿਡ ਸਮਾਂ ਚਾਹੀਦਾ ਹੈ। ਯਾਦ ਹੋਵੇਗਾ ਜਦੋਂ ਮੈਂ ਔਰਤ ਦੇ ਜਨਨ ਅੰਗਾਂ ਦੀ ਗੱਲ ਕੀਤੀ ਸੀ ਤੇ ਫੈਲੋਪੀਨ ਟਿਊਬ ਦੀ ਲੈਂਥ ਬਾਰੇ ਦੱਸਿਆ ਸੀ ਕਿ ਫੈਲੋਪੀਨ ਟਿਊਬ ਦੀ ਲੈਂਥ 10 ਤੋਂ 12 ਤੱਕ ਹੁੰਦੀ ਹੈ ਔਰ ਅਗਰ ਇਹ ਟਿਊਬ ਲੰਬੀ ਹੋਈ ਤੇ ਇਸ ਨੇ ਮਲਟੀਪਲਾਈ ਹੋਣਾ ਹੈ। ਮੈਂ ਮਲਟੀਪਲਾਈ ਦੀ ਕੰਡੀਸ਼ਨ ਦੱਸਣ ਲੱਗਿਆ ਹੁਣ। ਇਸ ਨੇ ਮਲਟੀਪਲਾਈ ਹੋਣਾ ਹੈ ਤੇ ਵੱਡੇ ਹੁੰਦਾ ਜਾਣਾ ਹੈ। ਇਹਦਾ ਸਾਈਜ਼ ਦਿਨ ਬ ਦਿਨ ਵੱਧਦਾ ਜਾਣਾ ਹੈ, ਸਮੇਂ ਨਾਲ ਵੱਧਦਾ ਜਾਣਾ ਹੈ ਤੇ ਇਸ ਨੇ ਉਸ 1 ਮਿਲੀਮੀਟਰ ਦੇ ਘੇਰੇ ਵਿੱਚੋਂ ਨਹੀਂ ਨਿਕਲ ਸਕਣਾ, ਸੂਈ ਦੇ ਨੱਕੇ ਵਿੱਚੋਂ ਜੀਵਨ ਨੇ ਨਹੀਂ ਨਿਕਲ ਸਕਣਾ। ਪਰ ਜੇ ਇਹ ਛੋਟਾ ਹੀ ਰਿਹਾ, ਫੈਲੋਪੀਨ ਟਿਊਬਸ ਦੀ ਜਿਹੜੀ ਲੈਂਥ ਹੈ ਉਹ 10 ਤੋਂ 12 ਸੈਂਟੀਮੀਟਰ ਹੀ ਰਹੀ ਤੇ ਫਿਰ ਇਹ ਆਸਾਨੀ ਨਾਲ ਬੱਚੇਦਾਨੀ ਦੇ ਵਿੱਚ ਐਂਟਰ ਕਰ ਜਾਏਗਾ। ਔਰ ਇਸ ਹਾਲਾਤ ਦੇ ਵਿੱਚ
ਕਿਰਿਆਵਾਂ ਕੀ ਵਾਪਰਦੀਆਂ ਨੇ, ਮੈਂ ਇਹਨੂੰ ਬੱਚੇਦਾਨੀ ਦੇ ਵਿੱਚ ਪਹੁੰਚਾਉਣ ਤੋਂ ਪਹਿਲਾਂ ਜਿਹੜੀਆਂ ਇੱਥੇ ਕਿਰਿਆਵਾਂ ਵਾਪਰੀਆਂ ਉਹ ਦੱਸਣੀਆਂ ਚਾਹੁੰਦਾ ਆ ਕਿ ਸੈੱਲ ਦੇ ਵਿੱਚ 2 ਤਰ੍ਹਾਂ ਦੀ ਡਿਵੀਜ਼ਨ ਹੈ। ਜਿਹੜੇ ਮੇਰੇ ਵੀਰ ਭੈਣਾਂ ਸੁਣ ਰਹੇ ਹੋਣਗੇ, ਜੇ ਉਹਨਾਂ ਨੇ ਸਾਇੰਸ ਪੜ੍ਹੀ ਹੈ, ਸੈੱਲ ਡਿਵੀਜ਼ਨ ਪੜ੍ਹੀ ਹੈ, ਤਾਂ ਉਹਨਾਂ ਨੂੰ ਪਤਾ ਹੋਏਗਾ ਕਿ 2 ਤਰ੍ਹਾਂ ਦੀ ਸੈੱਲ ਡਿਵੀਜ਼ਨ ਹੈ, ਇੱਕ ਮਿਓਸਿਸ, ਇੱਕ ਮਾਈਟੋਟਿਕ। ਮਿਓਸਿਸ ਡਿਵੀਜ਼ਨ ਦੇ ਵਿੱਚ ਡਿਸਟਰੈਕਸ਼ਨ ਹੁੰਦੀ ਹੈ। ਪਹਿਲਾਂ ਜਦੋਂ ਜੁੜ ਗਏ ਤੇ ਜਿਹੜਾ ਸਪਰਮ ਸੀਗਾ ਉਹ ਵੀ 23 ਜੋੜੇ ਕ੍ਰੋਮੋਜ਼ੋਮਸ ਦੇ ਲੈ ਕੇ ਆਇਆ ਸੀ। ਜਿਹੜਾ ਓਵਮ ਸੀ ਉਹ ਵੀ 23 ਜੋੜੇ ਕ੍ਰੋਮੋਜ਼ੋਮਸ ਦੇ ਲੈ ਕੇ ਆਇਆ ਸੀ। ਦੋਹਾਂ ਦੇ ਜੋੜੇ ਹੋ ਗਏ 46 ਔਰ 46 ਦੇ ਵਿੱਚੋਂ ਵੀ ਕੇਵਲ ਔਰਤ ਵਾਲੇ ਪਾਸੇ ਇੱਕ X ਤੇ ਇੱਕ Y ਕ੍ਰੋਮੋਜ਼ੋਮ ਐਸੇ ਹਨ ਜਿਹੜੇ ਉਸ ਦੇ ਕਰੈਕਟਰ ਨੂੰ ਲੈ ਕੇ ਆ ਰਹੇ ਹੁੰਦੇ ਨੇ। ਕਿਸੇ ਵੀ ਔਰਤ ਦਾ ਕੀ ਕਰੈਕਟਰ ਹੈ, ਕੀ ਉਹਦੀ ਬਣਤਰ ਹੈ, ਕੀ ਉਹਦਾ ਸੁਭਾਅ ਹੈ, ਕਿਵੇਂ ਉਹਦਾ ਨੱਕ ਹੈ, ਕਿਵੇਂ ਉਹਦੀਆਂ ਅੱਖਾਂ ਹਨ, ਉਸ ਕਰੈਕਟਰ ਨੂੰ ਸਾਂਭ ਕੇ ਲੈ ਕੇ ਆ ਰਿਹਾ ਇੱਕ ਜੋੜਾ ਹੁੰਦਾ ਆ ਔਰ ਉਹ XX ਹੀ ਹੁੰਦਾ ਆ। ਆਦਮੀ ਵੱਲੋਂ ਸਪਰਮ ਦੇ ਹੈੱਡ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕ੍ਰੋਮੋਜ਼ੋਮਸ ਹੁੰਦੇ ਨੇ, ਕ੍ਰੋਮੋਜ਼ੋਮ ਅਸੀਂ ਕਹਿ ਸਕਦੇ ਹਾਂ ਇਹ ਸਬਸਟੈਂਸ, ਜੈਸੇ DNA ਹੈ, ਸਬਸਟੈਂਸ which holds the character of the previous cell, ਪਹਿਲੇ ਸੈੱਲ ਜਿਨ੍ਹਾਂ ਤੋਂ ਉਹ ਬਣਿਆ ਆ ਉਹਦਾ ਉਹ ਕਰੈਕਟਰ ਓਨ ਕਰਕੇ ਆ ਰਹੇ ਆ। ਠੀਕ ਹੈ ਜੀ। ਸੋ ਆਦਮੀ ਦੇ ਵਿੱਚ ਉਹ ਜਿਹੜੇ ਹੁੰਦੇ ਆ ਉਹ ਹੁੰਦੇ ਨੇ X ਤੇ Y। X ਨੂੰ ਅਸੀਂ ਡੀਨੋਟ ਕਰਨੇ ਆ ਫੀਮੇਲ ਦੇ ਤੌਰ ਤੇ, Y ਨੂੰ ਡੀਨੋਟ ਕਰਦੇ ਆ ਅਸੀਂ ਮੇਲ ਦੇ ਤੌਰ ਤੇ। ਹੁਣ ਔਰਤ ਕੋਲ ਵਿਚਾਰੀ ਕੋਲ ਤੇ ਹੈ ਹੀ XX। ਬਹੁਤ ਸਾਰੇ ਲੋਕ, ਮੈਂ ਕੱਲ ਵੀ ਦੱਸੀ ਸੀ, ਮੈਂ ਰਿਪੀਟ ਕਰਨੀ ਚਾਹੁੰਦਾ ਕਿਉਂਕਿ ਬਹੁਤ ਵੱਡੇ ਭਰਮ ਭੁਲੇਖੇ ਇਸ ਗੱਲ ਤੇ ਪੈਂਦੇ ਨੇ ਕਿ ਜੇ ਲੜਕੀ ਨੂੰ ਲੜਕੀਆਂ ਹੀ ਜ਼ਿਆਦਾ ਪੈਦਾ ਹੋਈਆਂ ਤੇ ਉਹਨੂੰ ਸਮਝੀ ਜਾਂਦੇ ਤੇ ਕੁਲੱਛਣੀ ਇਹਦੇ ਤੇ ਕੁੜੀਆਂ ਹੀ ਪੈਦਾ ਹੁੰਦੀਆਂ ਨੇ, ਲੜਕੀ ਦਾ ਗੁਨਾਹ ਸਮਝਿਆ ਜਾਂਦਾ ਤੇ ਲੜਕੀ ਵਿਚਾਰੀ ਕੋਲ ਤੇ ਹੈ ਹੀ XX ਆ। ਜੋ ਫਰਕ ਪੈਣਾ ਹੈ ਉਹ ਤਾਂ X ਤੇ Y ਦੇ ਮਿਲਣ ਤੋਂ ਬਾਅਦ ਜੇ X ਸਟਰੋਂਗਰ ਹੋਇਆ ਤੇ ਉਸ ਦਾ ਹੋਣਾ। ਸੋ ਆਪਣੇ ਆਪਣੇ ਦਾਇਰੇ ਦੇ ਵਿੱਚ ਓਵਮ ਤੇ ਸਪਰਮ ਦੇ ਵਿੱਚ ਜਿੰਨੇ ਵੀ ਜੈਨੇਟਿਕ ਕਰੈਕਟਰ ਹਨ ਉਹ ਆਪਸ ਵਿੱਚ ਫਾਈਟ ਕਰਦੇ ਰਹਿੰਦੇ ਆ। ਇਹ ਮੈਂ ਕੱਲ ਵੀ ਗੱਲ ਦੱਸੀ ਸੀ, ਜਦੋਂ ਟੀਮਾਂ ਆਪਸ 'ਚ ਫਾਈਟ ਕਰਦੀਆਂ ਨੇ ਤੇ ਜਿਹੜੇ ਚੰਗੇ ਪਲੇਅਰ ਹੁੰਦੇ ਨੇ ਚੁਣ ਕੇ ਅੱਗੇ ਖੇਡਣ ਵਾਸਤੇ ਭੇਜੇ ਜਾਂਦੇ ਆ। ਉਹਨਾਂ ਦੇ ਵਿੱਚੋਂ X ਤੇ Y ਦੇ ਵਿੱਚੋਂ, ਆਦਮੀ ਦੇ ਸਪਰਮ ਦੇ ਵਿੱਚ X ਤੇ Y ਦੇ ਵਿੱਚੋਂ ਜਿਹੜਾ ਸਟਰੋਂਗਰ ਹੋਇਆ ਉਸ ਨੇ ਅੱਗੇ ਜਾ ਕੇ ਫੀਮੇਲ ਦੇ XX ਨਾਲ ਮੈਚ ਕਰਨਾ ਆ। ਫੀਮੇਲ ਦੇ XX ਵਿੱਚ ਵੀ ਉਦੋਂ ਤੱਕ ਇੱਕ ਜੰਗ ਚੱਲਦੀ ਰਹਿੰਦੀ ਹੈ ਕਿ ਇਹਨਾਂ ਵਿੱਚੋਂ ਕਿਹੜਾ ਸਟਰੋਂਗਰ ਹੈ। ਔਰ ਇਸੇ ਕਰਕੇ ਹੀ ਕਈ ਵਾਰ ਬੀਬੀਆਂ ਦੇ ਜਿਹੜੇ ਕਰੈਕਟਰਿਸਟਿਕਸ ਨੇ ਉਹ ਚੇਂਜ ਹੁੰਦੇ ਨੇ, ਜਿਹੜੇ ਮੈਂ ਅੱਗੇ ਆਉਣ ਵਾਲੇ ਜੈਨੇਟਿਕ ਪਾਰਟ ਦੇ ਵਿੱਚ ਦੱਸਣੇ ਨੇ ਵੀ XX ਹੋਣ ਨਾਲ ਤੇ X ਦੀ ਫਿਰ ਲੜਾਈ ਕਾਹਦੀ ਹੋਈ ਜੇ ਦੋਵੇਂ X ਨੇ ਤਾਂ XX ਦੀ ਵੀ ਲੜਾਈ ਹੁੰਦੀ ਹੈ, ਜਿਸ ਕਰਕੇ ਉਹਨਾਂ ਦੇ ਵਿੱਚੋਂ ਜਿਹੜਾ ਸਟਰੋਂਗ X ਹੈਗਾ ਆ ਉਸ ਨੇ ਆਦਮੀ ਵੱਲੋਂ ਆਏ ਸਟਰੋਂਗਰ Y ਜਾਂ ਸਟਰੋਂਗਰ X ਦੇ ਨਾਲ ਮੇਲ ਕਰਨਾ। ਜੇ X ਦਾ X ਨਾਲ ਮੇਲ ਹੋਇਆ ਤੇ ਪੱਕੇ ਤੌਰ ਤੇ ਪੈਦਾ ਹੋਣ ਵਾਲਾ ਨਵ ਜੀਵਨ ਜਿਹੜਾ ਹੈ ਉਹ ਲੜਕੀ ਦਾ ਹੋਏਗਾ। ਜੇ X ਦਾ Y ਨਾਲ ਮੇਲ ਹੋਇਆ, ਆਦਮੀ ਦੇ Y ਕ੍ਰੋਮੋਜ਼ੋਮਸ ਦੇ ਨਾਲ ਮੇਲ ਹੋਇਆ, ਇਹ ਠੀਕ ਆ ਕਿ ਉਸ ਵੇਲੇ ਦੀ ਜਿਹੜੀ ਬਣਤਰ ਬਣਨੀ ਸੀ ਉਹ ਮੇਲ ਬਣੇਗੀ, ਲੇਕਿਨ ਇਟਸ ਨਾਟ ਗਰੰਟਡ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜੈਨੇਟਿਕ ਪਾਰਟ ਦੇ ਵਿੱਚ ਮੈਂ ਅੱਗੇ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਨੀਆਂ ਨੇ ਕਿ ਐਸਾ ਨਹੀਂ ਹੈ। ਇਹ ਜਵਾਨੀ ਤੱਕ ਮੁਕਾਬਲਾ ਚੱਲਦਾ ਹੀ ਰਹਿੰਦਾ ਆ। ਤੁਸੀਂ ਵੇਖਿਆ ਹੋਣਾ ਕਿ ਬਹੁਤ ਸਾਰੀਆਂ ਬੱਚੀਆਂ 10-12 ਸਾਲ ਦੀ ਉਮਰ ਤੇ ਪਹੁੰਚਣ ਤੋਂ ਬਾਅਦ ਮੁੰਡਾ ਬਣ ਗਈਆਂ। ਬਹੁਤ ਜਿਹੜੇ ਲੜਕੇ ਨੇ ਉਹ ਇਸ ਉਮਰ ਤੇ ਪਹੁੰਚਦਿਆਂ ਉਹ ਲੜਕੀਆਂ ਬਣ ਗਏ। ਥੋੜੀ ਬਹੁਤ ਸਰਜਰੀ ਉਹਨੂੰ ਮਦਦ ਕਰਦੀ ਹੈ ਤਾਂ ਉਹ ਪਰਫੈਕਟ ਲੜਕੀ ਜਾਂ ਪਰਫੈਕਟ ਲੜਕਾ ਬਣ ਜਾਂਦੇ ਆ। ਇਹ ਸਾਰੀ ਉਹਨਾਂ ਹਾਰਮੋਨਸ ਦੀ ਕਿਰਿਆ ਹੈ। ਔਰ ਹਾਰਮੋਨਸ ਦੀ ਕਿਰਿਆ ਮੈਂ ਫਿਰ ਦੁਬਾਰਾ ਉਸ ਵੇਲੇ ਆਉਣੀ ਜਦੋਂ ਮੈਂ ਇੰਡੋਕਰਾਈਨ ਸਿਸਟਮ ਦੀ ਡਿਸਕ੍ਰਾਈਬ ਕਰਾਂਗਾ ਕਿ ਸਰੀਰ ਦੇ ਵਿੱਚ ਇੱਕ ਇੰਡੋਕਰਾਈਨ ਸਿਸਟਮ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੇ ਸਾਰੇ ਗਲੈਂਡ ਨੇ ਜਿਹੜੇ ਇੱਕ ਆਦਮੀ ਦੇ ਕਰੈਕਟਰ ਨੂੰ ਬਦਲਣ ਦੀ ਪਾਵਰ ਰੱਖਦੇ ਆ, ਆਦਮੀ ਦੇ ਮਾਨਸਿਕਤਾ ਨੂੰ ਬਦਲਣ ਦੀ ਪਾਵਰ ਰੱਖਦੇ ਆ, ਆਦਮੀ ਦੇ ਸਰੀਰਕ ਫਿਜ਼ਿਕ ਨੂੰ ਬਦਲਣ ਦੀ ਪਾਵਰ ਰੱਖਦੇ ਆ। ਇਹ ਇੰਡੋਕਰਾਈਨ ਸਿਸਟਮ ਹੈ। ਔਰ ਉਹ ਇੰਡੋਕਰਾਈਨ ਸਿਸਟਮ ਦੇ ਵਿੱਚ ਕਿਹੜੇ ਕਿਹੜੇ ਗਲੈਂਡਸ ਨੇ, ਕਿੱਥੇ ਕਿੱਥੇ ਹਨ, ਉਹ ਸਾਰੀ ਡਿਟੇਲ ਅੱਗੇ ਉਸ ਦੇ ਵਿੱਚ ਆਉਣੀ ਹੈ ਤੇ ਉਹ ਮੈਂ ਦੱਸਾਂਗਾ। ਪਰ ਅੱਜ ਆਪਣਾ ਜਿਹੜਾ ਚੈਪਟਰ ਹੈ ਉਹ ਇਹ ਹੈ ਕਿ ਦੋਵੇਂ ਆਪਸ ਵਿੱਚ ਮਿਲ ਗਏ, ਦੋਹਾਂ ਦੇ ਵਿੱਚੋਂ ਜਿਹੜਾ ਸਟਰੋਂਗਰ ਕ੍ਰੋਮੋਜ਼ੋਮਸ ਹੋਇਆ ਉਹਨਾਂ ਨੇ ਆਪਸ ਵਿੱਚ ਮਿਲਾਪ ਕੀਤਾ। X ਨੇ X ਨਾਲ ਕੀਤਾ ਜਾਂ X ਨੇ Y ਨਾਲ ਕੀਤਾ।
ਉਹਦੇ ਉੱਪਰ ਇਹ ਨਿਰਭਰ ਕਰਦਾ ਹੈ ਕਿ ਅੱਗੇ ਆਉਣ ਵਾਲਾ ਜੀਵਨ ਦਾ ਫਿਜ਼ੀਕਲ ਸਰੀਰ ਕਿਸ ਟਾਈਪ ਦਾ ਹੋਏਗਾ। ਬਹੁਤ ਸਾਰੇ ਸਾਧ ਸੰਤ ਲੋਕਾਂ ਨੂੰ ਬਥੇਰੇ ਕੁਝ ਦੇਈ ਜਾਂਦੇ ਨੇ, ਕੋਈ ਸੇਬ ਦੇਈ ਜਾਂਦਾ ਤੇ ਕੋਈ ਕੁਝ ਬਣਾ ਕੇ ਦੇਈ ਜਾਂਦਾ ਹੈ। ਮੇਰੇ ਵੀਰ ਮੇਰੀਆਂ ਭੈਣਾਂ ਇਸ ਭੁਲੇਖੇ 'ਚ ਨਾ ਰਹਿਣ। ਜੋ ਕਿਰਿਆ ਹੋਣੀ ਹੈ ਉਹ ਉਸ ਵੇਲੇ ਹੋ ਚੁੱਕੀ ਹੈ। ਉਸ ਤੋਂ ਬਾਅਦ ਇਸ ਕਿਰਿਆ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਣ ਵਾਲੀ। ਉਹ ਤਬਦੀਲੀ ਜਿਹੜੀ ਹੋਣੀ ਹੈ ਉਹ ਜੈਨੇਟਿਕ ਕਰੈਕਟਰ ਤੇ ਹੀ ਹੋਣੀ ਹੈ, ਔਰ ਉਹ ਜੈਨੇਟਿਕ ਕਰੈਕਟਰ ਫਿਜ਼ੀਕਲ ਰੂਪ ਦੇ ਵਿੱਚ ਨਹੀਂ ਹੈਗਾ ਕਿ ਜਿਹਨੂੰ ਤੁਹਾਨੂੰ ਫਿਜ਼ੀਕਲ ਦਵਾਈਆਂ ਜਿਹੜੀਆਂ ਨੇ ਇਸ ਤਰ੍ਹਾਂ ਅਸਰ ਕਰ ਲੈਣਗੀਆਂ। ਸੋ ਇਸ ਕਰਕੇ ਇਹਨਾਂ ਭਰਮ ਭੁਲੇਖਿਆਂ ਵਿੱਚ ਤੇ ਲੁੱਟੇ ਜਾਣ ਦੀ ਲੋੜ ਨਹੀਂ ਹੈਗੀ। ਸੋ ਆਪਾਂ ਪਹੁੰਚ ਗਏ ਕਿ ਜੇ ਕਿਸੇ ਨੇ ਵੀ ਮਿਲਾਪ ਕੀਤਾ ਆਪਸ ਵਿੱਚ ਤੇ ਬਲਾਸਟੋਸਿਸਟ ਅੱਗੇ ਵਧਣਾ ਸ਼ੁਰੂ ਹੋ ਗਿਆ। ਇਹਦੇ ਉੱਪਰ ਕੋਰੀਓਨਿਕ ਵਿਲਾਈਜ਼ ਬਣਨੀਆਂ ਸ਼ੁਰੂ ਹੋ ਗਈਆਂ, ਚੁੰਝਾਂ ਜਿਵੇਂ ਟਰੈਕਟਰ ਦੇ ਟਾਇਰਾਂ ਦੀਆਂ ਗੁੱਡੀਆਂ ਹੁੰਦੀਆਂ ਨੇ ਬਣ ਗਈਆਂ, ਔਰ ਉਹਨਾਂ ਦੇ ਨਾਲ ਰਿੜ ਕੇ ਇਸ ਨੇ ਬੱਚੇਦਾਨੀ ਦੇ ਵਿੱਚ ਪਹੁੰਚਣਾ ਆ। ਜੇ ਇਹਦਾ ਘੇਰਾ, ਜੇ ਇਹਦਾ ਪੂਰਾ ਡਾਇਆਮੀਟਰ 1 ਮਿਲੀਮੀਟਰ ਤੋਂ ਉਸ ਸਮੇਂ ਤੱਕ ਵੱਧ ਗਿਆ, ਕਿਉਂਕਿ ਪਹਿਲੀ ਦਫਾ ਇਹਨਾਂ ਦੀ ਡਿਵੀਜ਼ਨ ਸੀ ਮੀਓਸਿਸ, ਜਿਹਦੇ ਵਿੱਚ 23 ਜੋੜੇ ਮੇਲ ਦੇ ਤੇ 23 ਜੋੜੇ ਫੀਮੇਲ ਦੇ 46 ਬਣ ਗਏ ਸੀ। ਉਸ ਤੋਂ ਬਾਅਦ ਇਹਨਾਂ ਦੇ ਵਿੱਚ ਇੱਕ ਡਿਵੀਜ਼ਨ ਸਟਾਰਟ ਹੁੰਦੀ ਜਿਹਨੂੰ ਮਾਈਟੋਟਿਕ ਡਿਵੀਜ਼ਨ ਕਹਿੰਦੇ ਆ, ਜਿਹਦੇ ਨਾਲ ਰਿਡਕਸ਼ਨ ਸਟਾਰਟ ਹੁੰਦੀ ਹੈ। ਰਿਡਕਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਹਰੇਕ ਜੋੜਾ ਆਪੋ ਆਪਣਾ ਮੈਚ ਫਾਈਂਡ ਆਊਟ ਕਰਕੇ ਉਹਦੇ ਵਿੱਚ ਫਿਊਜ਼ ਹੋ ਜਾਂਦਾ ਹੈ। 23 ਉਹਦੇ ਤੇ 23 ਉਹਦੇ ਆਪਸ ਵਿੱਚ ਫਿਊਜ਼ ਕਰਕੇ ਉਹਨਾਂ ਦੇ ਵਿੱਚੋਂ ਇੱਕ ਜੋੜਾ ਜਿਹੜਾ ਉਹ ਕਰੈਕਟਰ ਦਾ ਹੈ, ਐਕਸ ਹੈ, ਐਕਸ ਹੈ ਜਾਂ ਵਾਈ ਹੈ, ਜੋ ਵੀ ਹੈ ਉਹ ਇੱਕ ਕਰੈਕਟਰ ਦਾ ਜੋੜਾ ਬਣ ਜਾਂਦਾ ਹੈ। ਔਰ ਇਸ ਮੁਤਾਬਕ ਇਹ ਇੱਕ ਰਿਡਕਸ਼ਨ ਦੀ ਡਿਵੀਜ਼ਨ ਨਾਲ ਫਿਰ 23 ਜੋੜੇ ਬਣ ਜਾਂਦੇ। ਹੁਣ 23 ਜੋੜਿਆਂ ਦੇ ਵਿੱਚ ਦੂਜੀ ਵਾਰ ਫਿਰ ਦੁਬਾਰਾ ਯਾਦ ਰੱਖਣਾ, ਦੂਸਰੀ ਵਾਰ ਫਿਰ ਦੁਬਾਰਾ ਮਿਓਸਿਸ ਡਿਵੀਜ਼ਨ ਸਟਾਰਟ ਹੁੰਦੀ ਹੈ, ਜਿਹਦੇ ਰਾਹੀਂ ਇਹ ਮਲਟੀਪਲਾਈ ਹੋਣ ਲੱਗ ਪੈਂਦੇ ਨੇ। 23 ਤੋਂ ਫਿਰ 46, 46 ਤੋਂ 112, ਇਸ ਤਰ੍ਹਾਂ ਕਰਕੇ ਅੱਗੇ 92, ਔਰ ਇਸੇ ਤਰ੍ਹਾਂ ਅੱਗੇ ਵਧਣੇ ਸ਼ੁਰੂ ਹੋ ਜਾਂਦੇ ਨੇ, ਮਲਟੀਪਲਾਈ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਇਸ ਮਲਟੀਪਲੀਕੇਸ਼ਨ ਦੀ ਸਪੀਡ ਅਗਰ ਨਾਰਮਲ ਰਹੀ, ਫੈਲੋਪਿਨ ਟਿਊਬ ਦੀ ਲੈਂਥ ਅਗਰ ਨਾਰਮਲ ਰਹੀ, ਤਾਂ ਇਹਨਾਂ ਨੇ ਨਾਰਮਲ ਸਮੇਂ ਦੇ ਵਿੱਚ ਬੱਚੇਦਾਨੀ ਦੇ ਵਿੱਚ ਪਹੁੰਚ ਜਾਣਾ ਹੈ। ਚੁੰਝਾਂ ਆਲਰੇਡੀ ਬਣੀਆਂ ਹੋਈਆਂ ਨੇ। ਬੱਚੇਦਾਨੀ ਦਾ ਜਿਹੜਾ ਅੰਦਰ ਵਾਲਾ ਲੇਅਰ ਹੈ ਉਹ ਆਲਰੇਡੀ ਇਸ ਵਾਸਤੇ ਤਿਆਰ ਹੈ ਕਿ ਬਰਾਤ ਆ ਰਹੀ ਹੈ। ਉਹ ਇਸ ਵਾਸਤੇ ਤਿਆਰ ਹੈ ਕਿ ਮੈਂ ਇਸ ਨੂੰ ਆਉਣਾ ਤੇ ਸ਼ੈਲਟਰ ਦੇਣਾ ਹੈ। ਔਰ ਉਹ ਜਿਹੜਾ ਸੌਫਟ ਹੋਇਆ ਲੇਅਰ ਹੈ ਉਹਦੇ ਵਿੱਚ ਕੋਰੀਓਨਿਕ ਵਿਲਾਈਜ਼ ਜਿਹੜੀਆਂ ਨੇ ਇਹਦੇ ਵਿੱਚ ਆ ਕੇ ਖੁੱਭ ਜਾਂਦੀਆਂ ਨੇ, ਕਿਉਂਕਿ ਇਹ ਚੁੰਝਾਂ ਨੇ, ਸਖਤ ਨੇ। ਉਹ ਅੰਦਰ ਵਾਲਾ ਲੇਅਰ ਬਿਲਕੁਲ ਪੋਲਾ ਬਣ ਚੁੱਕਿਆ ਆ। ਉਹਦੇ ਪੋਲਾ ਬਣਨ ਕਰਕੇ ਇਹ ਜਿਹੜੀਆਂ ਕੋਰੀਓਨਿਕ ਵਿਲਾਈਜ਼ ਨੇ ਉਹਦੇ ਵਿੱਚ ਖੁੱਭ ਜਾਂਦੀਆਂ ਨੇ, ਜਿਹੜੀਆਂ ਅਲਟੀਮੇਟ ਇਸ ਨੂੰ ਪਲਸੰਟੇ ਨੂੰ ਜਨਮ ਦਿੰਦੀਆਂ ਨੇ, ਜਿਹਦੇ ਚੋਂ ਪਲੇਸੈਂਟਾ ਬਣਦਾ ਆ, ਜਿਹਦੇ ਵਿੱਚੋਂ ਔਲ ਬਣਦੀ ਹੈ। ਜਿਹੜਾ ਏਰੀਆ ਮਾਂ ਦੇ ਪੇਟ ਦੇ ਨਾਲ ਸੰਬੰਧਿਤ ਰਹਿ ਜਾਂਦਾ ਹੈ ਉਹਨੂੰ ਅਸੀਂ ਪਲਸੈਂਟਾ ਕਹਿੰਦੇ ਆ। ਤੇ ਜਿਹੜਾ ਲਿੰਕ ਬੱਚੇ ਦੇ ਨਾਲ ਜਿਹੜਾ ਇਹ ਸਾਡੇ ਕੋਲ ਬਣ ਕੇ ਬਲਾਸਟੋਸਿਸਟ ਅੰਦਰ ਐਂਟਰ ਕੀਤਾ ਸੀਗਾ, ਜਿਹੜਾ ਲਿੰਕ ਅੰਦਰ ਵਾਲੇ ਪਾਸੇ ਉਸ ਪੁਕਾਨੇ ਦੇ ਅੰਦਰ ਹੈਗਾ ਆ, ਉਹਨੂੰ ਅਸੀਂ ਔਲ ਕਹਿੰਦੇ ਆ। ਮੈਂ ਸਮਝਦਾ ਕਿ ਸਾਰੇ ਸਰੋਤੇ ਸਮਝ ਗਏ ਹੋਣਗੇ ਵੀ ਔਲ ਕੀ ਹੁੰਦੀ ਹੈ ਤੇ ਪਲਸੈਂਟਾ ਕੀ ਹੁੰਦਾ ਹੈ। ਪਲਸੈਂਟਾ ਤੇ ਅੰਬਲਾਈਕਲ ਕਾਰਡ ਦੋਹਾਂ ਦੇ ਵਿੱਚ ਇੱਕ ਲਿੰਕ ਬਣ ਜਾਂਦਾ ਹੈ, ਔਰ ਉਸ ਲਿੰਕ ਦੇ ਮੁਤਾਬਕ ਉਹ ਜਿਹੜੀਆਂ ਕੋਰੀਓਨਿਕ ਵਿਲੇਜ ਨੇ ਉਹਦੇ ਵਿੱਚੋਂ ਖੂਨ ਚੂਸਣ ਲੱਗ ਜਾਂਦੀਆਂ ਨੇ, ਜਿਹੜਾ ਆਲਰੇਡੀ ਉੱਥੇ ਇਕੱਠਾ ਹੋਇਆ ਹੁੰਦਾ ਹੈ। ਜੇ ਪ੍ਰੈਗਨੈਂਸੀ ਨਾ ਹੁੰਦੀ ਤਾਂ ਉਸ ਖੂਨ ਨੇ ਬਾਹਰ ਵਹਿ ਜਾਣਾ ਸੀ, ਆਪਸ ਵਿੱਚ ਕੁਆਇਲਸ ਹੋ ਕੇ, ਆਪਸ ਵਿੱਚ ਉਹਨਾਂ ਖੂਨ ਦੀਆਂ ਨਾੜੀਆਂ ਨੇ ਫਿਊਜ਼ ਹੋ ਕੇ ਰਗੜ ਖਾ ਕੇ, ਕਿਉਂਕਿ LH ਹਾਰਮੋਨ ਦਾ ਇਫੈਕਟ ਸੀਗਾ, ਜਿਸ ਕਰਕੇ ਉਹਨਾਂ ਨੇ ਖੂਨ ਵਗ ਜਾਣਾ ਸੀ। ਪਰ ਹੁਣ ਉਸ ਨੂੰ ਵਗਣ ਤੋਂ, ਉਸ ਪ੍ਰੈਸ਼ਰ ਨੂੰ ਕਿਹਨੇ ਰੋਕ ਦਿੱਤਾ? ਇਹ ਜਿਹੜੀਆਂ ਕੋਰੀਓਨਿਕ ਵਿਲੇਜ ਸੀ ਉਹ ਇਹਦੇ ਵਿੱਚ ਖੁੱਭ ਗਈਆਂ। ਔਰ ਹੁਣ ਅੱਜ ਤੋਂ ਬਾਅਦ ਇੱਕ ਨਵ ਜੀਵਨ ਮਾਂ ਦੇ ਪੇਟ ਵਿੱਚ ਪਲਣਾ ਸ਼ੁਰੂ ਹੋ ਗਿਆ। ਇਸ ਤੋਂ ਅੱਗੇ ਦੀਆਂ ਕਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਸਰ ਦਰਸ਼ਨ ਸਿੰਘ ਜੀ, ਉਹ ਅਸੀਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ। ਬਹੁਤ ਜ਼ਰੂਰੀ ਗੱਲਾਂ ਨੇ, ਕਿਉਂਕਿ ਪ੍ਰੈਗਨੈਂਟ ਹੋਣ ਵਾਲੀ ਹਰ ਮਾਂ, ਹਰ ਬੇਟੀ, ਹਰ ਭੈਣ ਨੂੰ ਇਹ ਜਾਣਨਾ ਬੜਾ ਜ਼ਰੂਰੀ ਆ ਕਿ ਉਹਦੇ ਅੰਦਰ ਕਿਰਿਆ ਕੀ ਹੋ ਰਹੀ ਹੈ ਤੇ ਕਿਵੇਂ ਹੋ ਰਹੀ ਹੈ। ਇਹ ਨਵ ਜੀਵਨ ਅੱਗੇ ਜਾ ਕੇ ਡਿਵੈਲਪ ਕਿਵੇਂ ਹੁੰਦਾ ਤੇ ਕਿਵੇਂ ਬਣਦਾ ਹੈਗਾ। ਪਹਿਲੇ ਦਿਨ ਤੋਂ ਲੈ ਕੇ ਅਗਲੇ ਦਿਨ ਤੱਕ ਕੀ ਕਿਰਿਆਵਾਂ ਵਾਪਰਦੀਆਂ ਨੇ, ਮੈਂ ਇੱਕ ਦਿਨ ਦੀ ਵਿਆਖਿਆ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ। ਠੀਕ ਹੈ ਜੀ। ਸੋ ਮੈਂ ਸਮਝਦਾ ਹਾਂ ਕਿ ਸਾਰੇ ਸਰੋਤੇ ਇਸ ਪ੍ਰੋਗਰਾਮਾਂ ਦੇ ਨਾਲ ਜੁੜ ਬੈਠੇ ਹੋਣਗੇ ਤੇ ਹੋਰ ਸੱਜਣਾ ਮਿੱਤਰਾਂ ਨੂੰ ਵੀ ਕਹਿਣਗੇ ਕਿ ਤੁਸੀਂ ਇਹਨਾਂ ਪ੍ਰੋਗਰਾਮਾਂ ਨਾਲ ਜੁੜੋ, ਤਾਂ ਕਿ ਤੁਸੀਂ ਇਹ ਆਦਮੀ ਵੀ ਤੇ ਉਨਾ ਹੀ ਜ਼ਿੰਮੇਵਾਰ ਹੈ ਨਾ। ਇੱਕ ਬੱਚਾ ਨਵਜੀਵਨ ਪੈਦਾ ਹੋ ਰਿਹਾ, ਉਹਦੇ ਸਹਿਯੋਗ ਦੇ ਨਾਲ ਉਹਦੀ ਵੀ ਤੇ ਉਨੀ ਹੀ ਰਿਸਪੌਂਸਿਬਿਲਿਟੀ ਹੈ ਨਾ ਕਿ ਇਹ ਜਾਣਨਾ
ਕਿ ਇੱਕ ਮਾਂ ਦੇ ਪੇਟ ਦੇ ਅੰਦਰ ਜਦੋਂ ਬੱਚਾ ਡਿਵੈਲਪ ਹੋਣਾ ਸ਼ੁਰੂ ਹੁੰਦਾ ਹੈ ਤਾਂ ਕੀ ਕਿਰਿਆ ਹੁੰਦੀ ਹੈ, ਕਦੋਂ ਹੁੰਦੀ ਹੈ। ਬੱਚੇ ਦੇ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਜਾਂ ਉਹਦੇ 280 ਦਿਨਾਂ ਦੇ ਵਿੱਚ ਉਹਨੇ ਮਾਂ ਦੇ ਪੇਟ ਚੋਂ ਬਾਹਰ ਆਉਣਾ ਹੈ, ਉਹਨਾਂ ਦੇ ਵਿੱਚ ਕਿਹੜੀ ਕਿਰਿਆ ਹੋਣੀ, ਉਹ ਮੈਂ ਸਾਰੀਆਂ ਕਿਰਿਆਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਠੀਕ ਹੈ ਜੀ। ਡਾਕਟਰ ਸਾਹਿਬ ਦਾ ਦੋਸਤੋ ਇਹਨਾਂ ਦਾ YouTube ਚੈਨਲ ਵੀ ਹੈ, ਬਹੁਤ ਕੁਝ ਵੀਡੀਓਜ਼ ਤੇ ਪਈਆਂ ਹੈ, ਜੇ ਕੋਈ ਸੱਜਣ ਚਾਹੇ ਤੇ ਬਿਲਕੁਲ ਤੁਸੀਂ ਸੈਂਕੜਿਆਂ ਦੀ ਤਾਦਾਦ ਵਿੱਚ ਡਾਕਟਰ ਕੁਲਦੀਪ ਸਿੰਘ ਸੰਧੂ ਹੋਣਾ ਦੇ YouTube ਚੈਨਲ ਤੇ ਜਾ ਕੇ ਵੀ ਇਹ ਜਾਣਕਾਰੀਆਂ ਬਹੁਤ, ਕਿਉਂਕਿ ਅੱਜ ਤੱਕ ਹੀ ਬਹੁਤ ਚਿਰਦੇ ਉਹ ਰੇਡੀਓ ਟੈਲੀਵਿਜ਼ਨ ਤੇ ਪ੍ਰੋਗਰਾਮ ਕਰਦੇ ਆ, ਤੇ ਤੁਸੀਂ ਬਿਲਕੁਲ ਤਕਰੀਬਨ 1996 ਤੋਂ ਮੈਂ 16 ਸਾਲ ਲਗਾਤਾਰ ਰੇਡੀਓ ਗੀਤ ਸੰਗੀਤ ਦੇ ਉੱਪਰ ਆਪਣੇ ਪ੍ਰੋਗਰਾਮ ਦਿੱਤੇ ਬਿਨ ਨਾਗਾ ਲਗਾਤਾਰ, ਔਰ ਉਸ ਤੋਂ ਬਾਅਦ ਹੋਰ ਕਈ ਸਾਰੇ ਰੇਡੀਓ ਹੁਣ ਇਸ ਵੇਲੇ ਵੀ ਤੁਹਾਡੀ ਜਿਵੇਂ ਸਰ ਦਰਸ਼ਨ ਸਿੰਘ ਜੀ ਹੋਣੀ ਪ੍ਰਵਾਜ਼ ਰੇਡੀਓ ਦੇ ਉੱਪਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਸੱਜਣ ਨੇ ਜਿਹੜੇ ਰੇਡੀਓ ਰਾਹੀਂ, ਜਿਹੜੇ TV ਰਾਹੀਂ, ਜਿਹੜੇ ਅਖਬਾਰਾਂ ਰਾਹੀਂ ਹਰ ਹਫਤੇ ਤੇ ਹਰ ਡੇਲੀ ਮੇਰੇ ਵਿਚਾਰ ਤੁਹਾਡੇ ਤੱਕ ਪਹੁੰਚਾ ਰਹੇ ਨੇ, ਤਾਂ ਕਿ ਮੇਰੀ ਕਮਿਊਨਿਟੀ ਅਵੇਅਰ ਹੋ ਜਾਵੇ, ਜਾਣਕਾਰ ਹੋ ਜਾਵੇ ਵੀ ਸਰੀਰ ਦੀ ਬਣਤਰ ਕੀ ਹੈ ਤੇ ਚੱਲਦੀ ਕਿਵੇਂ ਹੈ, ਇਹਦੀ ਅੱਗੇ ਹੋਣੀ ਕੀ ਹੈ ਤੇ ਕਿਵੇਂ ਬਚਾਈ ਜਾ ਸਕਦੀ। 13-14 ਸਾਲ ਤੋਂ ਸੁਣਦਾ ਵਾਂ ਰੇਡੀਓ ਤੇ, TV ਤੇ ਵੀ ਦੇਖਦਾ ਰਿਹਾ ਵਾਂ, ਆਪਣਾ ਇੱਥੇ ਦਾ ਨਿਊਯਾਰਕ ਦਾ TV ਹੈ, ਔਰ ਕਈ ਚੈਨਲ ਉੱਪਰ ਤੁਹਾਨੂੰ ਮੈਂ ਸੁਣਦਾ ਰਿਹਾ, ਤਾਂ ਕਰਕੇ ਹੀ ਮੇਰੀ ਕਾਫੀ ਤੁਹਾਡੇ ਨਾਲ ਜਾਣ ਪਛਾਣ ਬਣੀ। ਮਿਹਰਬਾਨੀ, ਸ਼ੁਕਰੀਆ। ਬਿਲਕੁਲ ਆਪਾਂ ਕਿਉਂ ਨਾ ਆਪਣੇ ਚੈਨਲ ਰਾਹੀਂ ਲੋਕਾਂ ਨੂੰ ਜਾਗਰਤ ਕਰੀਏ। ਇਹ ਬਹੁਤ ਪੁੰਨ ਦਾ ਕੰਮ ਹੈ ਜੀ। ਮੈਂ ਇਹ ਗੱਲ ਵਾਰ-ਵਾਰ ਕਹੀ ਹੈ, ਜ਼ਰੂਰੀ ਨਹੀਂ ਕੋਈ ਮੇਰੇ ਕੋਲੋਂ ਟ੍ਰੀਟਮੈਂਟ ਕਰਵਾਏ, ਟ੍ਰੀਟਮੈਂਟ ਜਿੱਥੋਂ ਵੀ ਉੱਥੇ ਕਰਵਾਏ। ਮੈਂ ਕੇਵਲ ਇਹ ਦੱਸਣਾ ਕਿ ਕੁਦਰਤ ਦਾ ਸਿਧਾਂਤ ਕੀ ਕਹਿੰਦਾ ਹੈ ਟ੍ਰੀਟਮੈਂਟ ਵਾਸਤੇ, ਜਾਂ ਜੋ ਕੁਝ ਤੁਹਾਡੇ ਨਾਲ ਵਾਪਰ ਰਿਹਾ ਹੈ ਬਿਮਾਰੀ ਦੇ ਤੌਰ ਤੇ ਜਾਂ ਜੀਵਨ ਤੋਂ ਜੀਵਨ ਪੈਦਾ ਕਰਨ ਦੇ ਸੰਬੰਧ, ਤੁਸੀਂ ਉਹਦੇ ਬਾਰੇ ਜਾਣਕਾਰ ਹੋਵੋ, ਤੁਸੀਂ ਖੁਦ ਜਾਣਕਾਰ ਹੋਵੋ। ਤੁਹਾਨੂੰ ਪਤਾ ਹੋਊਗਾ ਕਿ ਜਿਸ ਡਾਕਟਰ ਕੋਲੋਂ ਤੁਸੀਂ ਜਾ ਰਹੇ ਹੋ ਉਹ ਕਿੰਨਾ ਕੁ ਜਾਣਕਾਰ ਹੈ ਇਸ ਗੱਲ ਬਾਰੇ, ਉਹ ਕੀ ਜਾਣਦਾ ਹੈ। ਇੱਕ ਹੋਰ ਗੱਲ ਵੀ ਹੈ, ਮੈਂ ਚਾਹਾਂਗਾ ਕਿ ਜਿਹੜੇ ਸਾਡੇ ਲੋਕ ਸੁਣ ਰਹੇ ਆ ਜਾਂ ਨਿਊਯਾਰਕ ਜਾਂ ਇਸ ਏਰੀਆ ਅਮਰੀਕਾ 'ਚ ਰਹਿੰਦੇ ਆ, ਇਹ ਕਾਲ ਕਰਕੇ ਕੋਈ ਇਨਫੋਰਮੇਸ਼ਨ ਤਾਂ ਲਵੋ ਨਾ ਜੀ, ਪ੍ਰੈਗਨੈਂਟ ਹੋਈ ਆ ਵਾਈਫ ਉਹਨਾਂ ਦੀ, ਲੇਡੀ ਪ੍ਰੈਗਨੈਂਟ ਹੋਈ, ਸਿਰਫ ਇਨਫੋਰਮੇਸ਼ਨ ਲਾ ਲਓ ਕਿ ਡਾਕਟਰ ਸਾਹਿਬ ਬਿਲਕੁਲ ਮੈਂ ਬਿਲਕੁਲ ਹਰ ਹਮੇਸ਼ਾ ਇਹ ਸੇਵਾ ਵਾਸਤੇ ਹਾਜ਼ਰ ਹਾਂ। ਕਿਸੇ ਵੀ ਸੱਜਣ ਨੇ ਕੋਈ ਜਾਣਕਾਰੀ ਲੈਣੀ ਹੈ ਔਰ ਉਹ ਲੈ ਸਕਦਾ ਮੇਰੇ ਕੋਲ। ਇੱਥੇ ਮੇਰੇ ਇਸ ਏਰੀਆ ਦੇ ਵਿੱਚ ਘੱਟੋ ਘੱਟ 10-12 ਬੱਚੇ ਐਸੇ ਨੇ ਸਰ ਦਰਸ਼ਨ ਸਿੰਘ ਜੀ, ਜਿਹੜੇ 10-10 ਸਾਲ ਤੋਂ 8-8 ਸਾਲ ਤੋਂ ਮੈਰਿਡ ਹੋਏ ਸੀ ਪਰ ਬੱਚੇ ਨਹੀਂ ਸੀ ਹੋਏ। IVF ਕਰਵਾ ਕੇ ਵੀ 2 ਵਾਰਾਂ 3 ਵਾਰਾਂ ਤੇ ਨਹੀਂ ਕਾਮਯਾਬੀ ਹੋਈ। ਉਹਨਾਂ ਨੂੰ ਹੋਮਿਓਪੈਥਿਕ ਮੈਡੀਸਿਨ ਦੇ ਨਾਲ ਕਾਮਯਾਬ ਹੋਈ, ਕਿਉਂਕਿ ਉਹ ਸਿਸਟਮ ਨੂੰ ਸਮਝ ਗਏ। ਮੈਂ ਉਹਨਾਂ ਨੂੰ ਸਿਸਟਮ ਸਮਝਾਉਣਾ ਹੈ ਕਿ ਵਾਪਰਦਾ ਕਿਵੇਂ ਤੇ ਕਿਵੇਂ ਵਾਪਰਦਾ ਤੇ ਕਦੋਂ ਵਾਪਰਦਾ, ਉਸ ਟਾਈਮ ਪੀਰੀਅਡ ਨੂੰ ਫਿਕਸ ਕਰਨਾ ਹੁੰਦਾ ਹੈ। ਉਹ ਸਾਰੀਆਂ ਗੱਲਾਂ ਸੈੱਟ ਹੋ ਜਾਂਦੀਆਂ ਨੇ। ਮੇਰਾ ਫੋਨ ਨੰਬਰ, ਮੈਂ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਹਾਂ। ਵੈਸੇ ਮੈਂ ਆਯੁਰਵੈਦਿਕ ਦਾ ਵੀ ਗ੍ਰੈਜੂਏਟ ਹਾਂ ਇਲਾਹਾਬਾਦ ਯੂਨੀਵਰਸਿਟੀ ਤੋਂ, ਔਰ ਜ਼ਿਆਦਾ ਮੇਰੀ ਪ੍ਰੈਕਟਿਸ ਜਿਹੜੀ ਹੈ ਹੋਮਿਓਪੈਥਿਕ ਦੀ ਹੁੰਦੀ ਹੈ। ਮੈਂ ਡਬਲਿਨ ਕੈਲੀਫੋਰਨੀਆ ਦੇ ਵਿੱਚ ਹਾਂ, 7021 ਵਿਲੇਜ ਪਾਰਕਵੇ ਡਬਲਿਨ ਕੈਲੀਫੋਰਨੀਆ ਦੇ ਵਿੱਚ। 26 ਸਾਲ ਹੋਮਿਓਪੈਥਿਕ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ 1996 ਤੋਂ ਇਸ ਵੇ ਏਰੀਏ ਦੇ ਵਿੱਚ ਬੈਠਾ ਮੈਂ ਤੁਹਾਡੀ ਸੇਵਾ ਕਰ ਰਿਹਾ ਹਾਂ, ਤੇ ਉਦੋਂ ਤੋਂ ਲੈ ਕੇ ਹੀ ਮੈਂ ਕੋਸ਼ਿਸ਼ ਕਰ ਰਿਹਾ ਮੈਂ ਆਪਣੀ ਕਮਿਊਨਿਟੀ ਨੂੰ ਪੜ੍ਹਾ ਸਕਾਂ, ਜਾਣਕਾਰ ਕਰ ਸਕਾਂ ਕਿ ਸਰੀਰ ਦੇ ਵਿੱਚ ਹੈ ਕੀ ਤੇ ਕਿਵੇਂ ਚੱਲਦਾ ਹੈ। ਸੋ ਉਹ ਸਾਰੀਆਂ ਗੱਲਾਂ ਜਾਣਦਿਆਂ ਮੈਂ ਇਸ ਵੇਲੇ ਇਸ ਰੇਡੀਓ ਪ੍ਰਵਾਸ ਦੇ ਉੱਪਰ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਿਹਾ, ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਇਸ ਰੇਡੀਓ ਨੂੰ ਵੀ ਸਹਿਯੋਗ ਕਰੋਗੇ ਤੇ ਹੋਰ ਸਾਰੇ ਸੱਜਣਾ ਮਿੱਤਰਾਂ ਨੂੰ ਵੀ ਦੱਸੋਗੇ, ਤਾਂ ਕਿ ਉਹ ਪ੍ਰੋਗਰਾਮ ਸੁਣਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਤੋਂ ਅਵੇਅਰ ਹੋ ਸਕਣ ਕਿ ਇਹ ਸਾਡਾ ਜੀਵਨ ਚੱਲਦਾ ਕਿਵੇਂ ਹੈ। ਮੇਰਾ ਫੋਨ ਨੰਬਰ 4086871899। ਈਮੇਲ ਐਡਰੈਸ ਹੈ ਮੇਰਾ homeomedicine@yahoo.com, HOMEOMEDICINE@yahoo.com। ਕਿਸੇ ਵੀ ਵੇਲੇ ਈਮੇਲ ਰਾਹੀਂ ਜਾਂ ਫੋਨ ਰਾਹੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ। ਮਿਲਦੇ ਹਾਂ ਜੀ ਕੱਲ੍ਹ, ਬਹੁਤ ਮਿਹਰਬਾਨੀ। ਸ਼ਿਮਾ ਸਾਹਿਬ, ਮੈਂ ਕੱਟ ਰਿਹਾ ਤੁਹਾਨੂੰ ਫਿਰ